वाहिगुरु जी का खालसा वाहिगुरु जी की फतेह। गुरु की साजी नवाजी साध संगत आप जी जुड़ चुके हो इस विशेष क्लास ਦੇ ਵਿੱਚ ਜਿਸ ਵਿੱਚ ਆਪਾਂ ਗੁਰਬਾਣੀ ਦੀ ਸੰਥਿਆ ਕਰਦੇ ਹਾਂ। ਗੁਰੂ ਸਾਹਿਬ ਦੀ ਰਹਿਮਤ ਸਦਕਾ ਆਪਾਂ ਜੋ ਜਪਜੀ ਸਾਹਿਬ ਦੀ ਵਿਚਾਰ ਹੈ, ਜਪਜੀ ਸਾਹਿਬ ਦੀ ਸੰਥਿਆ ਹੈ, ਉਹ ਸੰਪੂਰਨ ਕਰ ਲਈ ਹੈ। ਤੇ ਕੱਲ ਤੋਂ ਆਪਾਂ ਜੋ ਹੈ ਰਹਿਰਾਸ ਸਾਹਿਬ ਦੀ ਸੰਥਿਆ ਦੀ ਆਰੰਭਤਾ ਕੀਤੀ ਸੀ। ਦੋ ਸ਼ਬਦ ਆਪਾਂ ਜੋ ਹਨ ਉਹ ਵਿਚਾਰ ਲਏ ਸਨ। ਦੋ ਸ਼ਬਦਾਂ ਦੀ ਆਪਾਂ ਜਿਹੜੀ ਹੈ ਸੰਥਿਆ ਕਰ ਚੁੱਕੇ ਹਾਂ। ਤੇ ਅੱਜ ਆਪਾਂ ਜੋ ਆਪ ਜੀ ਦੀ ਸਕਰੀਨ ਦੇ ਉੱਤੇ ਤੀਸਰਾ ਸ਼ਬਦ ਹੈ, ਇਸ ਸ਼ਬਦ ਦੀ ਜੋ ਵਿਚਾਰ ਹੈ, ਜੋ ਸੰਥਿਆ ਹੈ, ਉਹ ਆਪਾਂ ਸ਼ੁਰੂ ਕਰਨੀ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇਸ ਕਲਾਸ ਦੇ ਵਿੱਚ ਹਰ ਰੋਜ਼ ਜੁੜਦੇ ਹੋ। ਸੋ ਸੰਗਤ ਅੱਜ ਲੇਟ ਜੁੜੀ ਹੈ, ਪਤਾ ਨਹੀਂ ਕੀ ਕਾਰਨ ਹੋਇਆ। ਪਹਿਲਾਂ ਤਾਂ ਸੰਗਤ ਪਹਿਲਾਂ ਹੀ ਜੁੜ ਚੁੱਕੀ ਹੁੰਦੀ ਹੈ ਜਦੋਂ ਆਨ ਕਰੀਦਾ। ਅੱਜ ਥੋੜਾ ਲੇਟ ਜੁੜੇ ਨੇ। ਚਲੋ ਆਪਾਂ 1 ਮਿੰਟ ਲਈ ਉਡੀਕ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਰੰਭ ਕਰਦੇ ਹਾਂ ਜੀ। ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਅੱਜ ਆਪਾਂ ਜੋ ਰਹਿਰਾਸ ਸਾਹਿਬ ਦਾ ਤੀਸਰਾ ਸ਼ਬਦ ਹੈ, ਇਸ ਸ਼ਬਦ ਨੂੰ ਵਿਚਾਰਨਾ ਹੈ। ਇਸ ਦੀ ਸੰਥਿਆ ਆਪਾਂ ਜਿਹੜੀ ਹੈ ਉਹ ਕਰਨੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ। ਆਸਾ ਮਹੱਲਾ ਪਹਿਲਾ। ਰਾਗ ਆਸਾ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਜੀ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਵਾਹਿਗੁਰੂ ਜੀ, ਨਾਮ ਆਖਣ ਦੇ ਨਾਲ, ਨਾਮ ਜਪਣ ਦੇ ਨਾਲ ਮੇਰਾ ਜੀਵਨ ਹੈ। ਨਾਮ ਜਪਦਾ ਹਾਂ ਤੇ ਮੈਂ ਜਿਉਂਦਾ ਹਾਂ। ਪਰ ਜਦੋਂ ਨਾਮ ਵਿਸਰ ਜਾਂਦਾ ਹੈ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਆਤਮਿਕ ਮੌਤ। ਮਨੁੱਖ ਜੀਵਨ ਦੇ ਵਿੱਚ ਨਾਮ ਜਪਣ ਵਾਸਤੇ ਆਇਆ ਤੇ ਜੋ ਨਾਮ ਜਪਦਾ ਹੈ ਉਹੀ ਜਿਉਂਦਾ ਹੈ ਸੰਸਾਰ ਤੇ। ਤੇ ਜੋ ਨਾਮ ਨੂੰ ਭੁੱਲ ਜਾਂਦੇ ਆ, ਨਾਮ ਨੂੰ ਵਿਸਾਰ ਦਿੰਦੇ ਆ, ਉਹ ਮਨੁੱਖ ਜਿਹੜੇ ਆ ਉਹ ਮਰਿਆਂ ਵਰਗੇ ਹਨ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਜੋ ਮਾਇਆ ਦੇ ਵਿੱਚ ਮਰ ਚੁੱਕੇ ਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਸਿਰਫ ਵਿਕਾਰ ਹੀ ਹਨ, ਜੋ ਦਿਨ ਰਾਤ ਵਿਕਾਰ ਕਮਾਉਂਦੇ ਰਹਿੰਦੇ ਹਨ, ਉਹ ਮਰੇ ਹੋਏ ਹਨ। ਆਖਣ ਦੇ ਨਾਲ ਜੀਵਿਆ ਜਾਂਦਾ ਹੈ। ਉਸ ਪਰਮਾਤਮਾ ਨੂੰ ਯਾਦ ਕਰਨ ਦੇ ਨਾਲ ਜੀਵਨ ਹੈ। ਉਹ ਭੁੱਲ ਜਾਵੇ ਤੇ ਮਨੁੱਖ ਦੀ ਮੌਤ ਹੈ। ਇੱਕ ਮੌਤ ਹੁੰਦੀ ਹੈ ਜਦੋਂ ਅਸੀਂ ਸਰੀਰ ਛੱਡਦੇ ਹਾਂ, ਪਰ ਸਤਿਗੁਰਾਂ ਨੇ ਇੱਥੇ ਜਿਸ ਮੌਤ ਦੀ ਗੱਲ ਕੀਤੀ ਹੈ ਉਹ ਸਾਡੀ ਆਤਮਿਕ ਮੌਤ ਹੈ। ਸਾਡਾ ਅੰਦਰ ਮਰ ਜਾਂਦਾ ਹੈ, ਸਾਡੇ ਕੋਲ ਫਿਰ ਜੀਵਿਆ ਨਹੀਂ ਜਾਂਦਾ। ਇਸ ਕਰਕੇ ਆਖਣ ਦੇ ਨਾਲ ਹੀ ਜੀਵਨ ਹੈ। ਮੌਤ ਜਿਹੜੀ ਹੈ ਉਹਨੂੰ ਵਿਸਾਰਨ ਦੇ ਨਾਲ ਮੌਤ ਜਿਹੜੀ ਹੈ ਹੋ ਜਾਂਦੀ ਹੈ। ਆਖਣ ਔਖਾ ਸਾਚਾ ਨਾਉ। ਪਰ ਇਹ ਵੀ ਗੱਲ ਪੱਕੀ ਹੈ ਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਆਖਣਾ ਬਹੁਤ ਔਖਾ ਹੈ।
उस अकाल पुरख का नाम कहना, ਉਹਨੂੰ याद करना वो बड़ा ही औखा है। मनुख एक न्यूज़पेपर 2-2 घंटे ला के पढ़ सकता है, पर सुखमनी साहब का पाठ ਉਹਦੇ ਕੋਲੋਂ नहीं ਕੀਤਾ ਜਾਂਦਾ। ਮਨੁੱਖ ਹੋਰ ਕਾਰਜ ਮੋਬਾਈਲ ਦੇ ਉੱਤੇ, ਟੀਵੀ ਦੇ ਉੱਤੇ 100 ਤਰ੍ਹਾਂ ਦੇ ਜਿਹੜੇ ਕਾਰਜ ਕਰ ਸਕਦਾ ਹੈ, ਪਰ ਜੇ ਕਹੀਏ ਭਾਈ ਨਾਮ ਜਪ ਲਾ, ਸਿਮਰਨ ਕਰ ਲਾ, ਉਹਨੂੰ ਯਾਦ ਕਰ ਲਾ, ਬਾਣੀ ਪੜ੍ਹ ਲੈ ਕੋਈ, ਤੇ ਮਨੁੱਖ ਕਵੇਗਾ ਨਹੀਂ ਸਮਾਂ ਨਹੀਂ ਹੈ ਮੇਰੇ ਕੋਲ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਆਖਣ ਔਖਾ ਸਾਚਾ ਨਾਮ। ਉਹ ਸਦਾ ਸਥਿਰ ਰਹਿਣ ਵਾਲਾ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹਨੂੰ ਆਖਣਾ ਬੜਾ ਹੀ ਕਠਿਨ ਹੈ। ਇਹ ਪੂਰਬਲੇ ਕਰਮ ਕਿਤੇ ਜਾਗੇ ਹੋਣ ਫਿਰ ਹੀ ਉਸ ਪਰਮਾਤਮਾ ਦਾ ਨਾਮ ਜਿਹੜਾ ਜਪਿਆ ਜਾ ਸਕਦਾ। ਉਂਝ ਉਸ ਪਰਮਾਤਮਾ ਦਾ ਨਾਮ ਕਹਿਣਾ ਬੜਾ ਔਖਾ ਹੈ। ਸਾਚੇ ਨਾਮ ਕੀ ਲਾਗੈ ਭੂਖ। ਜੇ ਕਿਸੇ ਮਨੁੱਖ ਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗ ਜਾਵੇ, ਸਾਚੇ ਨਾਮ ਕੀ ਲਾਗੈ ਭੂਖ, ਜੇ ਕਿਤੇ ਅੰਦਰ ਤਾਂਘ ਪੈਦਾ ਹੋ ਜਾਵੇ ਕਿ ਮੈਂ ਪਰਮਾਤਮਾ ਨੂੰ ਸਿਮਰਨਾ ਹੈ, ਉਹਦੇ ਪ੍ਰੇਮ ਦੇ ਵਿੱਚ ਰੰਗਿਆ ਜਾਣਾ ਹੈ, ਉਹਨੂੰ ਯਾਦ ਕਰਨਾ ਹੈ, ਜੇ ਕਿਤੇ ਉਹਦੇ ਮਨ ਅੰਦਰ ਨਾਮ ਦੀ ਭੁੱਖ ਲੱਗ ਜਾਵੇ, ਜਿਨ੍ਹਾਂ ਦੇ ਲੱਗਦੀ ਹੈ ਨਾ, ਉਹ ਫਿਰ ਬਾਣੀ ਵਾਰ-ਵਾਰ ਪੜ੍ਹਦੇ ਆ, ਉਹ ਵਾਰ-ਵਾਰ ਸਿਮਰਨ ਕਰਦੇ ਆ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਹੈ ਦੁੱਖ। ਉਤ ਭੁੱਖੈ, ਉਸ ਭੁੱਖ ਦੇ ਨਾਲ ਜਿਹੜੀ ਨਾਮ ਦੀ ਭੁੱਖ ਲੱਗਦੀ ਹੈ, ਉਸ ਭੁੱਖ ਦੇ ਨਾਲ ਸਾਰੇ ਤਰ੍ਹਾਂ ਦੇ ਜਿਹੜੇ ਦੁੱਖ ਆ ਉਹ ਖਤਮ ਹੋ ਜਾਂਦੇ। ਪਰ ਇਹ ਨਾਮ ਦੀ ਭੁੱਖ ਜਿਹੜੀ ਇਹ ਵਿਰਲੇ ਨੂੰ ਹੀ ਲੱਗਦੀ ਹੈ। ਕਹਿੰਦੇ ਇੱਕ ਬੜਾ ਕੀਰਤੀ ਸਿੱਖ ਹੋਇਆ, ਜਿਹੜੇ ਸੁਣਾਉਂਦੇ ਆ ਗਾਥਾ ਇੱਕ, ਕਿ ਇੱਕ ਬੜਾ ਕੀਰਤੀ ਸਿੱਖ ਸੀ ਤੇ ਉਹ ਆਪਣਾ ਕਿਰਤ ਕੰਮ ਕਰਕੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ। ਬੜਾ ਜੀਵਨ ਸੀ ਚੜ੍ਹਦੀ ਕਲਾ ਵਾਲਾ, ਤੇ ਨਾਲ ਕਿਰਤ ਕਰਨੀ, ਬਾਣੀ ਪੜ੍ਹੀ ਜਾਣੀ, ਤੇ ਜਦੋਂ ਬਾਣੀ ਵਿਹਲੇ ਹੋਣਾ ਤੇ ਸੁਖਮਨੀ ਸਾਹਿਬ ਦਾ ਜਾਪ ਜਿਹੜਾ ਉਹ ਕਰਨਾ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ। ਤੇ ਉਹਨੂੰ ਮਿਲਣ ਵਾਸਤੇ ਸਾਚੇ ਨਾਮ ਕੀ ਲੱਗਿਆ, ਉਹਨੂੰ ਮਿਲਣ ਵਾਸਤੇ ਪਿੰਡ ਦੇ ਪੰਚ ਸਰਪੰਚ ਆ ਗਏ, ਕੋਈ ਕੰਮ ਸੀ ਉਹਦੇ ਤੱਕ, ਕਹਿੰਦੇ ਵੀ ਉਹ ਫਲਾਣੇ ਜਿਹੜਾ ਸਿੰਘ ਹੈ ਉਹਨੂੰ ਮਿਲ ਕੇ ਆਉਨੇ, ਚਲੋ ਮਿਲਣ ਆ ਗਏ। ਤੇ ਜਦੋਂ ਮਿਲਣ ਆਏ ਤੇ ਉਹਨੇ ਆਪਣਾ ਕਾਰਜ ਨਿਬੇੜਿਆ ਤੇ ਸੁਖਮਨੀ ਸਾਹਿਬ ਦੇ ਪਾਠ 'ਚ ਲੱਗਾ ਸੀ। ਤੇ ਘਰੋਂ ਪੁੱਛਿਆ ਤੇ ਉਹ ਕਹਿੰਦੇ ਜੀ ਉਹ ਤਾਂ ਖੇਤਾਂ ਦੇ ਵਿੱਚ ਆ, ਤੇ ਉਹ ਤੇ ਹੁਣ ਇਸ ਵੇਲੇ ਪਾਠ ਕਰਨ ਦਿਆ ਹੋਣਾ, ਤੇ ਤੁਹਾਨੂੰ ਉਹਨੇ ਮਿਲਣਾ ਨਹੀਂ ਹੈ। ਉਹਦੀ ਪਤਨੀ ਨੇ ਕਿਹਾ ਘਰੋਂ, ਤੇ ਉਹ ਕਹਿੰਦੇ ਚਲੋ ਠੀਕ ਹੈ, ਜਿਹੜੇ ਆਏ ਸੀ ਉਹ ਕਹਿੰਦੇ ਚਲੋ ਕੋਈ ਨਹੀਂ, ਅਸੀਂ ਵੀ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਸੁਣ ਲਾਂਗੇ। ਆਖਣ ਔਖਾ ਸਾਚਾ ਨਾਮ। ਤੇ ਉਹ ਚਲੇ ਗਏ। ਜਾ ਕੇ ਜਦੋਂ ਉਹ ਭਾਈ ਸਾਹਿਬ ਬੜੇ ਪਿਆਰ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਇਹ ਲਾਗੇ ਗਏ ਤੇ ਇਹਨਾਂ ਨੇ ਵੀ ਜਾ ਕੇ ਚੌਂਕੜੇ ਮਾਰ ਲਏ, ਜਿਹੜੇ ਮਿਲਣ ਵਾਸਤੇ ਆਏ ਸੀ ਚੌਂਕੜੇ ਮਾਰ ਲਏ ਤੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ ਸ਼ੁਰੂ ਕਰ ਦਿੱਤਾ। ਹੁਣ ਉਹ ਇੰਨੇ ਪਿਆਰ ਦੇ ਨਾਲ ਪਾਠ ਜਿਹੜਾ ਕਰਦਾ ਆ, ਤੇ ਉਹਨਾਂ ਵੇਖਿਆ ਵੀ ਨਾਲ ਇਹ ਵੀ ਆ ਗਏ ਆ, ਸੁਖਮਨੀ ਸਾਹਿਬ ਦਾ ਜਾਪ ਸੁਣ ਲੱਗ ਪਏ ਆ ਪਾਠ। ਉਹਨੂੰ ਹੋਰ ਪਿਆਰ ਦੇ ਨਾਲ, ਸਹਿਜ ਦੇ ਨਾਲ, ਬਹੁਤ ਸੁੰਦਰ ਤਰੀਕੇ ਨਾਲ ਪਾਠ ਕਰਨ ਲੱਗ ਪਏ। ਹੌਲੀ ਹੌਲੀ ਪਾਠ ਕਰਦਿਆਂ ਕਰਦਿਆਂ ਕਹਿੰਦੇ 1.5 ਘੰਟਾ ਬਤੀਤ ਹੋ ਗਿਆ। ਉਸ 1.5 ਘੰਟੇ ਦੇ ਵਿੱਚ ਜਿਹੜੇ ਆਸੇ ਪਾਸੇ ਬੈਠੇ ਸਨ ਉਹਨਾਂ ਨੇ ਕਈ ਪਾਸੇ ਮਾਰੇ, ਪਰ ਉਹ ਜਿਹੜਾ ਗੁਰਮੁਖ ਸੀ ਉਹਨੇ ਬੜਾ ਆਨੰਦ ਦੇ ਨਾਲ ਪਾਠ ਕੀਤਾ। ਭੋਗ ਪਿਆ, ਸਮਾਪਤੀ ਹੋਈ, ਅਰਦਾਸ ਕੀਤੀ, ਤੇ ਜਿਹੜੇ ਆਏ ਸਨ ਉਹ ਕਹਿੰਦੇ ਜੀ ਭਾਈ ਸਾਹਿਬ ਤੁਸੀਂ ਪਾਠ ਬੜਾ ਸੁੰਦਰ ਕੀਤਾ, ਬੜਾ ਮਜ਼ਾ ਆਇਆ, ਬੜਾ ਹੀ ਆਨੰਦ ਆਇਆ। ਤੇ ਉਹ ਭਾਈ ਸਾਹਿਬ ਕਹਿੰਦੇ ਚਲੋ ਜੇ ਬੜਾ ਆਨੰਦ ਆਇਆ ਨਾ, ਇੰਝ ਕਰਦੇ ਇੱਕ ਪਾਠ ਹੋਰ ਕਰਦੇ ਆ। ਉਹ ਕਹਿੰਦੇ ਨਹੀਂ 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 ਮਹਾਰਾਜ, ਦੂਸਰਾ ਪਾਠ ਨਾ ਕਿਤੇ ਆਰੰਭ ਕਰ ਲਿਓ। ਆਖਣ ਔਖਾ ਸਾਚਾ ਨਾਮ, ਜਿਹੜੇ ਆਖਦੇ ਆ ਉਹਨਾਂ ਦੇ ਮਨ 'ਚ ਭੁੱਖ ਲੱਗਦੀ ਹੈ। ਕਹਿੰਦੇ ਵੇਖਿਓ ਕਿਤੇ ਦੂਸਰਾ ਪਾਠ ਨਾ ਆਰੰਭ ਕਰ ਲਿਓ, ਅਸੀਂ ਤੁਹਾਡੇ ਤੱਕ ਕੰਮ ਆਏ ਆ। ਨਾਲੇ ਕਹੀ ਜਾਂਦੇ ਆ ਕਿ ਸਾਨੂੰ ਤੁਹਾਡਾ ਪਾਠ ਸੁਣ ਕੇ ਆਨੰਦ ਬੜਾ ਆਇਆ, ਤੇ ਨਾਲੇ ਕਹਿੰਦੇ ਵੇਖਿਓ ਕਿਤੇ ਦੂਸਰਾ ਪਾਠ ਨਾ ਆਰੰਭ ਕਰ ਲਈ। ਸੋ ਇਹ ਕਹਿਣ ਦੇ ਨਾਲ ਜਿਹੜਾ ਆ ਭੁੱਖ ਨਹੀਂ ਲੱਗਦੀ, ਪਰ ਜਿਹਦੇ ਅੰਦਰ ਭੁੱਖ ਲੱਗਦੀ ਆ ਉਹਨੂੰ ਫਿਰ ਆਨੰਦ ਆਉਂਦਾ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਉਸ ਭੁੱਖ ਦੇ ਨਾਲ, ਨਾਮ ਦੀ ਭੁੱਖ ਦੇ ਨਾਲ ਸਾਰੇ ਤਰ੍ਹਾਂ ਦੇ ਦੁੱਖ ਜਿਹੜੇ ਆ ਉਹ ਨਾਸ਼ ਹੋ ਜਾਂਦੇ। ਉਤ ਭੁੱਖੈ ਖਾਏ ਚੱਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਇਹ ਮੇਰੀ ਮਾਂ, ਇਹ ਮੇਰੀ ਆਤਮਾ, ਇਹ ਮੇਰੇ ਜ਼ਮੀਰ, ਉਹ ਪਰਮਾਤਮਾ ਕਿਉਂ ਵਿਸਰੇ,
ਉਹਨੂੰ ਵਿਸਾਰਨਾ ਨਹੀਂ ਚਾਹੀਦਾ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਜਿਹੜਾ ਸਾਹਿਬ ਹੈ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹਦਾ ਨਾਮ ਵੀ ਜਿਹੜਾ ਸਦੀਵੀ ਹੈ। ਇਹੋ ਜਿਹਾ ਅਕਾਲ ਪੁਰਖ, ਇਹੋ ਜਿਹਾ ਵਾਹਿਗੁਰੂ, ਉਹਦਾ ਨਾਮ ਜਿਹੜਾ ਹੈ ਨਹੀਂ ਵਿਸਾਰਨਾ ਚਾਹੀਦਾ। ਸੋ ਕਿਉਂ ਵਿਸਰੈ ਮੇਰੀ ਮਾਏ, ਕਿਉਂ ਵਿਸਰੇ ਮੈਨੂੰ ਸਾਚਾ ਸਾਹਿਬ ਸਾਚੇ ਨਾਏ। ਉਹ ਸੱਚਾ ਸਾਹਿਬ ਹੈ ਤੇ ਉਹਦਾ ਜਿਹੜਾ ਨਾਮ ਉਹ ਵੀ ਸੱਚਾ ਹੈ। ਬੜਾ ਪਿਆਰ ਵਾਲਾ ਸ਼ਬਦ ਹੈ। ਆਪ ਜੀ ਦੇਖੋ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਿਵੇਂ ਗੁਰੂ ਸਾਹਿਬ ਦੇ ਅੱਗੇ ਖੜ ਕੇ ਆਪਾਂ ਆਖੀਏ ਕਿ ਇਹ ਵਾਹਿਗੁਰੂ ਜੀ, ਇਹ ਗੁਰੂ ਸਾਹਿਬ ਜੀ, ਮੈਨੂੰ ਨਾਮ ਨਾ ਵਿਸਰੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੈ ਖਾਏ ਚਲੀਏ ਹੈ ਦੁਖ। ਫਿਰ ਦੋਵੇਂ ਹੱਥ ਜੋੜ ਕੇ ਆਪਣੇ ਗੁਰੂ ਨੂੰ ਕਹੀਏ, ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮੇਰੇ ਗੁਰੂ, ਹੇ ਮੇਰੀ ਮਾਂ, ਮੈਨੂੰ ਉਹ ਪਰਮਾਤਮਾ ਨਾ ਵਿਸਰੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਜਿਹੜਾ ਸਾਹਿਬ ਰੂਪ ਹੈ, ਜਿਹਦਾ ਨਾਮ ਸੱਚਾ ਹੈ। ਸਾਚੇ ਨਾਮ ਕੀ ਤਿਲ ਵਡਿਆਈ। ਜੇ ਤਿਲ ਜਿੰਨੀ ਵਡਿਆਈ ਵੀ ਪਰਮਾਤਮਾ ਦੀ ਉਸ ਸੱਚੇ ਨਾਮ ਦੀ ਹਿਰਦੇ ਵਿੱਚ ਵਸ ਜਾਵੇ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿੰਨੀ ਵੀ ਮਹਿਮਾ ਜੇ ਹਿਰਦੇ ਚ ਵਸੇ, ਆਖ ਥਕੇ ਕੀਮਤ ਨਹੀਂ ਪਾਈ। ਬਿਆਨ ਨਹੀਂ ਕਰ ਸਕਦਾ ਕੋਈ ਵੀ ਉਸ ਅਕਾਲ ਪੁਰਖ ਦੀ ਤਿਲ ਜਿੰਨੀ ਵਡਿਆਈ ਵੀ ਕਿਸੇ ਦੇ ਹਿਰਦੇ ਚ ਵਸ ਜਾਵੇ, ਕੀਮਤ ਨਹੀਂ ਪਾਈ ਜਾ ਸਕਦੀ। ਜੀਵ ਉਹਨੂੰ ਬਿਆਨ ਕਰ ਸਕਦੇ ਆ, ਉਹਨੂੰ ਜਪ ਸਕਦੇ ਆ, ਉਹਦੀ ਵਡਿਆਈ ਕਰ ਸਕਦੇ ਆ। ਆਖ ਥੱਕੇ, ਆਖ ਕੇ ਉਹਨੂੰ ਬਿਆਨ ਕਰਕੇ ਜੀਵ ਥੱਕ ਗਏ, ਕੀਮਤ ਨਹੀਂ ਪਾਈ। ਪਰ ਉਹਦੀ ਕੀਮਤ ਜਿਹੜੀ ਉਹ ਨਹੀਂ ਪਾਈ ਜਾ ਸਕਦੀ, ਉਹ ਇੰਨਾ ਵੱਡਾ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਭਾਵੇਂ ਸਾਰੀ ਸ੍ਰਿਸ਼ਟੀ ਮਿਲ ਕੇ, ਸਾਰੇ ਜੀਵ ਮਿਲ ਕੇ ਉਹਨੂੰ ਆਖਣ ਲੱਗ ਜਾਣ, ਭਾਵ ਉਹਨੂੰ ਜਪਣ ਲੱਗ ਜਾਣ, ਉਹਦੀ ਵਡਿਆਈ ਕਰਨ ਲੱਗ ਜਾਣ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਆ ਕਿ ਮੇਰਾ ਨਾਮ ਜਪੋ ਹੀ ਜਪੋ। ਇਹ ਤੇ ਅਸੀਂ ਆਪਣੇ ਕਲਿਆਣ ਵਾਸਤੇ ਉਹਦੀ ਵਡਿਆਈ ਕਰਨੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਆ, ਵੱਡਾ ਨਾ ਹੋਵੇ ਘਾਟ ਨਾ ਜਾਏ। ਭਾਵੇਂ ਸਾਰਾ ਸੰਸਾਰ, ਸਾਰੇ ਜੀਵ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਹਿਣ ਲੱਗ ਜਾਣ, ਤੇ ਇਹਦੇ ਨਾਲ, ਉਹਨਾਂ ਦੇ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋ ਜਾਂਦਾ, ਤੇ ਉਹਦੇ ਜਿਹੜਾ ਹੈ ਕਹਿਣ ਦੇ ਨਾਲ ਉਹ ਛੋਟਾ ਨਹੀਂ ਹੋ ਜਾਂਦਾ। ਭਾਵ ਭਾਵੇਂ ਉਹਦੀ ਵਡਿਆਈ ਕਰੋ ਤੇ ਭਾਵੇਂ ਉਹਨੂੰ ਕੋਈ ਗਾਲਾਂ ਕੱਢੀ ਜਾਵੇ, ਉਹ ਪਰਮਾਤਮਾ ਕਿਸੇ ਦੇ ਕਹਿਣ ਦੇ ਨਾਲ ਵੱਡਾ ਛੋਟਾ ਨਹੀਂ ਹੁੰਦਾ। ਐਸੀ ਉਹਦੀ ਵਡਿਆਈ ਹੈ। ਨਾ ਉਹ ਮਰੈ ਨਾ ਹੋਵੈ ਸੋਗ। ਨਾ ਉਹ ਕੂੜੇ ਦਾ ਮੁਕੱਲਾ ਹੈ, ਨਾ ਉਹ ਪਰਮਾਤਮਾ ਜਿਹੜਾ ਹੈ ਨਾ ਮਰਦਾ ਹੈ, ਤੇ ਨਾ ਹੀ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਸੋਗ ਹੈ। ਨਾ ਉਹ ਮਰੈ ਨਾ ਹੋਵੇ ਸੋਗ, ਨਾ ਹੀ ਉਹਨੂੰ ਕੋਈ ਅਫਸੋਸ ਹੈ, ਤੇ ਨਾ ਹੀ ਉਹ ਕਦੀ ਮਰਦਾ ਹੈ। ਦਿੰਦਾ ਰਹਿ ਨਾ ਚੁੱਕੈ ਭੋਗ। ਉਹ ਪਰਮਾਤਮਾ ਜੀਵਾਂ ਨੂੰ ਜਿਹੜਾ ਹੈ ਦਾਤਾਂ ਦਿੰਦਾ ਹੈ, ਤੇ ਜੀਵ ਦਾਤਾਂ ਉਹਦੀਆਂ ਵਰਤਦੇ ਹਨ, ਭੋਗਦੇ ਹਨ। ਨਾ ਚੁੱਕੈ ਭੋਗ, ਉਹਦਾ ਜਿਹੜਾ ਹੈ ਦਾਤਾਂ ਵਰਤਾਉਣ ਦਾ ਕਾਰ ਜਿਹੜਾ ਕਦੀ ਮੁੱਕਦਾ ਨਹੀਂ। ਨਾ ਚੁੱਕੈ ਭੋਗ, ਭੋਗਦੇ ਹਨ ਜੀਵ ਉਹਦੀਆਂ ਦਾਤਾਂ ਨੂੰ, ਤੇ ਉਹਦੀਆਂ ਦਾਤਾਂ ਨੂੰ ਵਰਤਦੇ ਹਨ, ਤੇ ਉਹਦੀਆਂ ਦਾਤਾਂ ਕਦੀ ਵੀ ਖਤਮ ਨਹੀਂ ਹੁੰਦੀਆਂ। ਗੁਣ ਇਹੋ ਹੋਰ ਨਾਹੀ ਕੋਇ। ਇਹ ਬੜਾ ਵੱਡਾ ਗੁਣ ਹੈ ਉਹਦੇ ਵਿੱਚ, ਕਿ ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਗੁਣ ਇਹੋ, ਉਹਦੇ ਵਿੱਚ ਇਹ ਬੜੀ ਵੱਡੀ ਖੂਬੀ ਹੈ ਕਿ ਹੋਰ ਨਾਹੀ ਕੋਇ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਨਾ ਕੋ ਹੋਆ ਨਾ ਕੋ ਹੋਏ, ਨਾ ਹੀ ਕੋਈ ਉਸ ਪਰਮੇਸ਼ਰ ਵਰਗਾ ਕੋਈ ਹੋਇਆ ਹੈ, ਤੇ ਨਾ ਹੀ ਕਿਸੇ ਨੇ ਉਸ ਪਰਮੇਸ਼ਰ ਵਰਗਾ, ਉਸ ਅਕਾਲ ਪੁਰਖ ਵਰਗਾ ਕਿਸੇ ਨੇ ਹੋਣਾ ਹੈ। ਉਹ ਐਸਾ ਪ੍ਰਮਾਤਮਾ ਹੈ, ਐਸੇ ਗੁਣਾਂਗ ਦਾ ਮਾਲਕ ਹੈ। ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਉਹ ਪਰਮਾਤਮਾ ਵੱਡਾ ਹੈ, ਓਡੀ ਹੀ ਉਹਦੀ ਦਾਤ, ਉਹਦੀ ਬਖਸ਼ਿਸ਼ ਜਿਹੜੀ ਵੱਡੀ ਹੈ। ਉਹ ਜੀਵਾਂ ਨੂੰ ਬਖਸ਼ਿਸ਼ਾਂ ਕਰਦਾ ਹੈ ਨਾ, ਜਿੰਨਾ ਉਹ ਵੱਡਾ ਹੈ, ਓਨੀਆਂ ਹੀ ਉਹਦੀਆਂ ਦਾਤਾਂ ਜਿਹੜੀਆਂ ਹਨ ਉਹ ਵੱਡੀਆਂ ਹਨ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਅਕਾਲ ਪੁਰਖ ਨੇ, ਜਿਸ ਪਰਮਾਤਮਾ ਨੇ ਇਹ ਦਿਨ ਬਣਾਇਆ, ਤੇ ਇਹ ਜਿਹੜੀ ਰਾਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ, ਇਹ ਵੀ ਦਾਤ ਆ ਨਾ ਉਹਦੀ। ਇਸ ਕਰਕੇ ਉਹ
ਜਿੱਡਾ ਆਪ ਹੈ ਓਡੀਆਂ ਹੀ ਉਹਦੀਆਂ ਦਾਤਾਂ ਹਨ। ਉਹਨਾਂ ਦਾਤਾਂ ਵਿੱਚੋਂ ਉਹਨੇ ਸਾਨੂੰ ਇਹ ਦਿਨ ਤੇ ਰਾਤ ਦਿੱਤੇ ਹੋਏ ਆ। ਜਿਨ ਦਿਨ ਕਰਕੇ ਕੀਤੀ ਰਾਤ, ਜਿਨ ਦਿਨ ਬਣਾਇਆ ਤੇ ਫਿਰ ਰਾਤ ਬਣਾਈ। ਖਸਮ ਵਿਸਾਰਹਿ ਤੇ ਕਮ ਜਾਤ। ਜਿਹੜੇ ਮਨੁੱਖ ਉਸ ਖਸਮ ਨੂੰ, ਉਸ ਪ੍ਰਭੂ ਨੂੰ ਵਿਸਾਰ ਦਿੰਦੇ ਆ, ਜਿਹੜੇ ਇਹਨਾਂ ਦਿਨ ਰਾਤਾਂ ਦੀ ਜਿਹੜੀ ਹੈ ਬਖਸ਼ਿਸ਼ ਲੈ ਕੇ ਵੀ ਖਸਮ ਵਿਸਾਰ ਹੈ ਤੇ ਕਮਜਾਤ, ਤਾਂ ਵੀ ਉਹਨੂੰ ਯਾਦ ਨਹੀਂ ਕਰਦੇ, ਉਹ ਕਮਜਾਤ ਹਨ, ਭਾਵ ਉਹ ਭੈੜੀ ਜਾਤ ਵਾਲੇ ਹਨ, ਭਾਵ ਉਹ ਨੀਚ ਹਨ, ਜਿਹੜੇ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਦੀਆਂ ਦਾਤਾਂ ਲੈ ਕੇ ਵੀ। ਉਹ ਬਖਸ਼ਿਸ਼ਾਂ ਕਰਨ ਵਾਲਾ ਹੈ, ਜੇਵੜ ਆਪ ਤੇਵੜ ਤੇਰੀ ਦਾਤ। ਇੰਨੀਆਂ ਦਾਤਾਂ ਦਾ ਮਾਲਕ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਜਿਹਨੇ ਦਿਨ ਸਾਨੂੰ ਬਖਸ਼ਿਸ਼ ਕੀਤਾ ਤੇ ਰਾਤ ਦੀ ਬਖਸ਼ਿਸ਼ ਕੀਤੀ ਹੈ। ਤੇ ਜੇ ਕੋਈ ਮਨੁੱਖ ਉਹਦੀਆਂ ਇੰਨੀਆਂ ਦਾਤਾਂ ਵਰਤ ਕੇ, ਦਿਨ ਰਾਤ ਨੂੰ ਵਰਤ ਕੇ, ਤੇ ਫਿਰ ਵੀ ਉਹਨੂੰ ਯਾਦ ਨਾ ਕਰੇ, ਸਤਿਗੁਰੂ ਕਹਿੰਦੇ ਖਸਮ ਵਿਸਾਰਹਿ ਤੇ ਕਮ ਜਾਤ। ਉਹ ਮਾੜੀ ਜਾਤ ਵਾਲਾ ਹੈ, ਨੀਵੀਂ ਜਾਤ ਵਾਲਾ ਹੈ, ਭੈੜੀ ਜਾਤ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਨਾਨਕ ਨਾਵੈ ਬਾਝ ਸਨਾਤ। ਬਾਝ ਇੱਥੇ ਥੋੜਾ ਜਿਹਾ ਭਾਰਾ ਕਰਕੇ ਬੋਲਣਾ, ਬਾਝ ਜੱਜਾ ਨਹੀਂ ਬੋਲਣਾ, ਝੱਜਾ ਬੋਲਣਾ। ਬਾਝ ਸਨਾਤ, ਨਾਨਕ ਨਾਵੈ ਬਾਝ ਸਨਾਤ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ, ਜਿਹੜਾ ਨਾਮ ਤੋਂ ਖੁੰਝ ਜਾਂਦਾ ਹੈ ਮਨੁੱਖ, ਜਿਹੜਾ ਨਾਮ ਨਹੀਂ ਜਪਦਾ, ਉਹ ਨੀਚ ਹੈ। ਸਨਾਤ ਦਾ ਅਰਥ ਵੀ ਨੀਚ ਹੁੰਦਾ ਹੈ। ਉਹ ਨੀਚ ਹੈ, ਉਹ ਮਾੜੇ ਜੀਵਨ ਵਾਲਾ ਹੈ, ਜਿਹੜਾ ਪਰਮਾਤਮਾ ਨੂੰ ਜੋ ਹੈ ਉਹ ਯਾਦ ਨਹੀਂ ਕਰਦਾ। ਭਾਵ ਜਿਹੜਾ ਉਸ ਅਕਾਲ ਪੁਰਖ ਦੀਆਂ ਦਾਤਾਂ ਲੈ ਕੇ ਵੀ ਉਸ ਅਕਾਲ ਪੁਰਖ ਨੂੰ ਯਾਦ ਨਹੀਂ ਕਰਦਾ, ਉਹ ਮਾੜੇ ਜੀਵਨ ਵਾਲਾ ਹੈ, ਉਹ ਨੀਚ ਮਨੁੱਖ ਹੈ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਰਾਗ ਗੂਜਰੀ ਮਹੱਲਾ ਚੌਥਾ। ਉਹ 3 ਸ਼ਬਦ ਸੰਪੂਰਨ ਹੋ ਗਏ, ਇਹ ਹੁਣ ਚੌਥਾ ਸ਼ਬਦ ਜਿਹੜਾ ਹੈ ਆਰੰਭ ਹੋਇਆ ਹੈ। ਰਾਗ ਗੂਜਰੀ ਮਹੱਲਾ ਚੌਥਾ। ਗੂਜਰੀ ਰਾਗ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਸੋ ਮੈਂ ਦੱਸ ਜਾਵਾਂ ਕਿ ਇਹ ਜਿਹੜੇ ਆਪਾਂ ਸ਼ਬਦ ਪੜ੍ਹ ਰਹੇ ਹਾਂ ਨਾ, ਇਹ ਫੇਰ ਉਹਨਾਂ ਹੀ ਰਾਗਾਂ ਵਿੱਚ ਦੁਬਾਰਾ ਆਉਣਗੇ ਜਿਹੜੇ ਰਾਗ ਉੱਤੇ ਦੱਸੇ ਆ ਨਾ। ਜਿਵੇਂ ਆ ਰਾਗ ਗੂਜਰੀ ਲਿਖਿਆ, ਇਹੋ ਸ਼ਬਦ ਫੇਰ ਗੂਜਰੀ ਰਾਗ ਦੇ ਵਿੱਚ ਮਹੱਲੇ ਚੌਥੇ ਦੇ ਸਰਲੇਖ ਹੇਠਾਏਗਾ, ਤੇ ਉੱਥੇ ਥੋੜਾ ਜਿਹਾ ਫਰਕ, ਪਾਠ ਦਾ ਭੇਦ ਜਿਹੜਾ ਹੋਵੇਗਾ। ਇਸੇ ਤਰ੍ਹਾਂ ਪਿਛਲਾ ਜਿਹੜਾ ਸ਼ਬਦ ਆਪਾਂ ਪੜ੍ਹਿਆ, ਉਹ ਵੀ ਇਸੇ ਤਰ੍ਹਾਂ ਹੀ ਆਸਾ ਰਾਗ ਦੇ ਵਿੱਚ ਆਏਗਾ। ਜਿੱਥੇ ਆਪਾਂ ਪੜ੍ਹਿਆ ਨਾ ਉੱਤ ਭੁੱਖੈ, ਉੱਥੇ ਆਏਗਾ ਤਿੱਤ ਭੁੱਖੈ ਖਾਏ ਚਲੀਏ ਦੋ। ਇਸ ਤਰ੍ਹਾਂ ਕਰਕੇ ਥੋੜਾ ਥੋੜਾ ਪਾਠ ਭੇਦ ਹੈ, ਤੇ ਇਹ ਸ਼ਬਦ ਫਿਰ ਦੁਬਾਰਾ ਉਹਨਾਂ ਰਾਗਾਂ ਦੇ ਵਿੱਚ ਵੀ ਆਉਣਗੇ ਜਦੋਂ ਰਾਗ ਆਰੰਭ ਹੁੰਦੇ ਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ, ਰਾਗ ਗੁਜਰੀ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਰ ਕੇ ਜਨ, ਹੁਣ ਗੁਰੂ ਦੇ ਅੱਗੇ ਅਰਦਾਸ ਕੀਤੀ ਹੈ ਇੱਥੇ ਕਿ ਇਹ ਹਰ ਜਨ ਸਤਿਗੁਰ, ਇਹ ਸਤਿਗੁਰੂ ਸਤਿਪੁਰਖ ਹੋ ਤੁਸੀਂ, ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਇਹ ਗੁਰੂ ਜੀ, ਮੈਂ ਆਪ ਜੀ ਦੇ ਅੱਗੇ ਅਰਦਾਸ ਕਰਦਾ ਹਾਂ। ਬਿਨੋ ਦਾ ਅਰਥ ਹੁੰਦਾ ਅਰਦਾਸ, ਕਰੋ ਗੁਰ ਪਾਸ, ਕਿ ਮੈਂ ਆਪ ਜੀ ਦੇ ਹਜ਼ੂਰ, ਆਪ ਜੀ ਦੇ ਸਾਹਮਣੇ ਅਰਦਾਸ ਕਰਦਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀੜੇ ਕਿਰਮ ਸਤਿਗੁਰ ਸ਼ਰਨਾਈ। ਅਸੀਂ ਕੀੜੇ ਹਾਂ, ਛੋਟੇ ਜੀਵ ਹਾਂ, ਨਿੱਕੇ ਨਿੱਕੇ ਕਿਰਮ ਹਾਂ ਅਸੀਂ। ਹਮ ਕੀੜੇ ਕਿਰਮ ਸਤਿਗੁਰ ਸ਼ਰਨਾਈ, ਪਰ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਸਤਿਗੁਰੂ ਜੀ। ਹੁਣ ਇਹ ਵੀ ਵੇਖੋ ਕਿੰਨਾ ਪਿਆਰਾ ਸ਼ਬਦ ਹੈ। ਜਦੋਂ ਸਤਿਗੁਰਾਂ ਨੂੰ ਹਜ਼ੂਰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹਨਾ ਹੋਵੇ ਤੇ ਕਿੰਨਾ ਆਨੰਦ ਆਵੇ। ਸਤਿਗੁਰਾਂ ਨੂੰ ਸਾਹਮਣੇ ਪ੍ਰਤੱਖ ਦੇਖ ਕੇ ਕਿ ਹੇ ਵਾਹਿਗੁਰੂ ਜੀ, ਹੇ ਗੁਰੂ ਜੀ, ਹੇ ਗੁਰੂ ਰਾਮਦਾਸ ਜੀ ਮਹਾਰਾਜ, ਅਸੀਂ ਬੜੇ ਛੋਟੇ ਕਿਰਮ ਹਾਂ, ਪਰ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਸਾਨੂੰ ਰੱਖ ਲਿਓ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਇੱਥੇ ਨਾ ਹੰਪੀ ਕਹਿੰਦੇ ਆ, ਹੰਪੀ ਹੁੰਦੀ ਆ ਜਿਵੇਂ ਥੋੜਾ ਜਿਹਾ ਰੁਕਣਾ ਹੁੰਦਾ ਹੈ। ਕਰ ਦਇਆ ਨਾਮ ਪ੍ਰਗਾਸ, ਇੱਥੇ ਆਪਾਂ ਥੋੜਾ ਜਿਹਾ ਰੁਕਣਾ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਇੱਥੇ ਵੱਡਾ ਵਿਸ਼ਰਾਮ ਲਾਉਣਾ ਹੈ ਸਤਿਗੁਰ ਸ਼ਰਨਾਈ ਤੇ। ਫਿਰ ਉਦੋਂ ਬਾਅਦ ਕਰ ਦਇਆ ਨਾਮ ਪ੍ਰਗਾਸ, ਇੱਥੇ ਥੋੜਾ ਜਿਹਾ ਰੁਕਣਾ। ਕਰ ਦਇਆ ਨਾਮ ਪ੍ਰਗਾਸ, ਇਹਨੂੰ ਹੰਪੀ ਕਹਿੰਦੇ ਆ। ਮਤਲਬ ਥੋੜਾ ਜਿਹਾ ਰੋਕੀ ਆਪਾਂ ਅੱਗੇ ਚੱਲਣਾ। ਹਮ ਕੀਰੇ ਕਿਰਮ, ਇੱਥੇ ਵੀ ਹੰਪੀ ਲੱਗੇਗੀ। ਸਤਿਗੁਰ ਸ਼ਰਨਾਈ, ਇੱਥੇ ਵਿਸ਼ਰਾਮ ਆਏਗਾ ਵੱਡਾ। ਕਰ ਦਇਆ ਨਾਮ ਪ੍ਰਗਾਸ, ਹੇ ਸਤਿਗੁਰੂ ਜੀ ਸਾਡੇ ਉੱਤੇ ਦਇਆ ਕਰੋ,
ਕੀ ਦਇਆ ਕਰੋ ਨਾਮ ਪ੍ਰਗਾਸ, ਸਾਨੂੰ ਨਾਮ ਦਾ ਚਾਨਣ ਬਖਸ਼ੋ। ਅਸੀਂ ਕੀੜੇ ਹਾਂ, ਕਿਰਮ ਹਾਂ। ਕੀੜੇ ਦੇਖੋ, ਕੀੜੇ ਵੀ ਵੱਡੇ ਹੁੰਦੇ ਆ, ਕੀੜੇ ਕਿਰਮ ਸਤਿਗੁਰਾਂ ਨੇ ਕਹਿ ਦਿੱਤਾ, ਕੀੜਿਆਂ ਦੇ ਵਿਚਲੇ ਕੀੜੇ ਹਾਂ ਅਸੀਂ। ਇੰਨਾ ਮਾੜਾ ਜੀਵਨ ਹੈ ਸਾਡਾ। ਪਿਛਲੇ ਸ਼ਬਦ 'ਚ ਕਹਿ ਦਿੱਤਾ ਕਿ ਜਿਹੜੇ ਨਾਮ ਨੇ ਜਪਦੇ ਉਹ ਨੀਚ ਹਨ। ਹੁਣ ਸਤਿਗੁਰੂ ਕਹਿ ਰਿਹਾ ਕਿ ਹਾਂ ਅਸੀਂ ਸੱਚੀ ਨੀਚ ਹਾਂ। ਵਾਹਿਗੁਰੂ, ਇਹ ਅਕਾਲ ਪੁਰਖ ਜੀ, ਅਸੀਂ ਸੱਚੀ ਨੀਚ ਹਾਂ। ਇਹ ਗੁਰੂ ਜੀ, ਅਸੀਂ ਕੀੜੇ ਹਾਂ, ਕੀੜਿਆਂ ਦੇ ਵਿਚਲੇ ਕੀੜੇ, ਕਿਰਮ ਹਾਂ, ਪਰ ਅਸੀਂ ਸਤਿਗੁਰ ਸ਼ਰਨਾਈ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਕਰ ਦਇਆ, ਸਾਡੇ ਤੇ ਦਇਆ ਕਰ, ਨਾਮ ਪ੍ਰਗਾਸ, ਸਾਨੂੰ ਨਾਮ ਦੀ ਬਖਸ਼ਿਸ਼ ਕਰੋ। ਮੇਰੇ ਮੀਤ ਗੁਰਦੇਵ, ਇਹ ਮੇਰੇ ਮਿੱਤਰ ਗੁਰੂਦੇਵ ਜੀ, ਮੋਕੋ ਰਾਮ ਨਾਮ ਪ੍ਰਗਾਸ, ਸਾਡੇ ਅੰਦਰ ਇੱਕ ਚਾਨਣ ਕਰੋ ਨਾਮ ਦਾ, ਕਿਰਪਾ ਕਰੋ। ਇਹ ਵੀ ਅਰਦਾਸ ਹੀ ਹੈ। ਦੇਖੋ ਕਿੰਨੀ ਵੱਡੀ ਅਰਦਾਸ ਹੈ ਗੁਰੂ ਦੇ ਅੱਗੇ। ਮੇਰੇ ਮੀਤ ਗੁਰਦੇਵ, ਮੇਰੇ ਮਿੱਤਰ ਗੁਰੂਦੇਵ ਜੀ, ਗੁਰੂ ਸਾਹਿਬ ਜੀ, ਮੋਕੋ ਰਾਮ ਨਾਮ ਪ੍ਰਗਾਸ, ਸਾਨੂੰ ਰਾਮ ਨਾਮ ਦਾ, ਮੋਕੋ ਭਾਵ ਮੇਰੇ ਅੰਦਰ ਰਾਮ ਪਰਮਾਤਮਾ ਦੇ ਨਾਮ ਦਾ ਪ੍ਰਗਾਸ, ਚਾਨਣ ਕਰੋ। ਪ੍ਰਗਾਸ ਦਾ ਅਰਥ ਹੁੰਦਾ ਚਾਨਣ। ਸਾਡੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋਵੇ, ਐਸੀ ਕਿਰਪਾ ਕਰੋ ਗੁਰੂਦੇਵ ਜੀ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਗੁਰੂ ਦੀ ਮੱਤ ਰਾਹੀਂ, ਗੁਰਮਤਿ ਦਾ ਅਰਥ ਗੁਰੂ ਦੀ ਮੱਤ ਰਾਹੀਂ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਗੁਰੂ ਦੀ ਮੱਤ ਰਾਹੀਂ ਜਪਿਆ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਸਖਾਈ ਹੈ, ਮੇਰੇ ਪ੍ਰਾਣਾਂ ਦਾ ਸਹਾਈ ਹੈ, ਮੇਰੀ ਜਿੰਦ ਦਾ ਸਾਥੀ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਹੁਣ ਰਹਿ ਰਾਸ ਸ਼ਬਦ ਦੇਖੋ ਇੱਥੇ ਆਇਆ, ਉਹ ਰਹਿ ਰਾਸ ਪੜ੍ਹਦੇ ਆਪਾਂ ਹਾਹੇ ਨੂੰ ਸਿਹਾਰੀ ਲਾਉਂਦੇ ਹਾਂ, ਇੱਥੇ ਰਹਿ ਰਾਸ, ਇਹ ਹਾਹਾ ਮੁਕਤਾ ਹੈ। ਹਰ ਕੀਰਤ ਹਮਰੀ, ਇਹ ਸਾਡੀ ਕੀਰਤ ਹੈ। ਸਿਫਤ ਸਲਾਹ ਜਿਹੜੀ ਹੈ ਹਰੀ ਦੀ ਕੀਰਤੀ, ਹਰੀ ਦੀ ਜਿਹੜੀ ਸਿਫਤ ਸਲਾਹ, ਹਮਰੀ ਰਹਿ ਰਾਸ, ਇਹ ਸਾਡੀ ਰਸਤੇ ਦੀ ਪੂੰਜੀ ਹੈ, ਸਾਡੇ ਜੀਵਨ ਰੂਪੀ ਰਸਤੇ ਦੀ ਪੂੰਜੀ ਹੈ। ਭਾਵ ਅਸੀਂ ਸਾਰਾ ਜੀਵਨ ਜਿਹੜਾ ਹੈ ਨਾਮ ਜਪ ਕੇ ਬਤੀਤ ਕਰੀਏ। ਐਸੀ ਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ। ਗੁਰਮਤਿ ਨਾਮ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਮੱਤ ਦੇ ਨਾਲ, ਮੇਰਾ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਮੇਰੀ ਜਿੰਦ ਦਾ ਸਹਾਈ ਹੋਵੇ। ਜੋ ਆਪ ਜੀ ਨਾਮ ਬਖਸ਼ੋਗੇ ਆਪਣੀ ਮੱਤ ਦੇ ਨਾਲ ਗੁਰੂ ਜੀ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ, ਹਰੀ ਦੀ ਕੀਰਤੀ, ਹਰੀ ਨੂੰ ਜਪਣਾ, ਹਮਰੀ ਰਹਿ ਰਾਸ, ਇਹ ਸਾਡੀ ਰਸਤੇ ਦੀ ਪੂੰਜੀ ਹੈ। ਭਾਵ ਸਾਡੇ ਜੀਵਨ ਰੂਪੀ ਰਸਤੇ ਦੀ ਪੂੰਜੀ ਹੈ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ। ਹਰ ਕੇ ਜਨ, ਹਰ ਜਨ ਕੇ ਵੱਡ ਭਾਗ ਵਡੇਰੇ। ਹੁਣ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਈ ਉਹਨਾਂ ਦੀ ਗੱਲ ਸਤਿਗੁਰੂ ਕਰਦੇ ਆ। ਹਰ ਜਨ ਕੇ ਵੱਡ ਭਾਗ ਵਡੇਰੇ, ਹਰੀ ਜਨਾਂ ਦੇ ਵੱਡੇ ਭਾਗ ਹਨ। ਵੱਡ ਭਾਗ ਵਡੇਰੇ, ਬਹੁਤ ਵੱਡੇ ਭਾਗ ਹਨ ਹਰੀ ਜਨਾਂ ਦੇ, ਉੱਚੇ ਭਾਗ ਹਨ। ਜਿਨ ਹਰ ਹਰ ਸਰਦਾ ਹਰ ਪਿਆਸ, ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਦੇ ਨਾਮ ਦੀ ਪਿਆਸ ਲੱਗੀ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਆਉਂਦੀ ਆ ਹਰੀ ਦਾ ਨਾਮ ਜਪਣ ਦੀ, ਜਿਨ੍ਹਾਂ ਦੇ ਅੰਦਰ ਬਾਣੀ ਪੜ੍ਹਨ ਦੀ ਜਿਹੜੀ ਹੈ ਉਹ ਪਿਆਸ ਲੱਗਦੀ ਆ, ਸਿਮਰਨ ਕਰਨ ਦੀ ਪਿਆਸ ਲੱਗਦੀ ਆ, ਸੰਗਤ ਕਰਨ ਦੀ ਪਿਆਸ ਲੱਗਦੀ ਆ, ਉਹਨਾਂ ਮਨੁੱਖਾਂ ਦੇ ਵੱਡੇ ਭਾਗ ਹਨ। ਛੋਟੇ ਨਹੀਂ, ਵਡੇਰੇ, ਭਾਗ ਵਡੇਰੇ, ਬਹੁਤ ਵੱਡੇ ਭਾਗ ਹਨ ਉਹਨਾਂ ਮਨੁੱਖਾਂ ਦੇ, ਉਹਨਾਂ ਹਰੀ ਦੇ ਜਨਾਂ ਦੇ, ਜਿਨ੍ਹਾਂ ਦੇ ਅੰਦਰ ਇਹ ਤਾਂਘ ਪੈਦਾ ਹੁੰਦੀ ਹੈ ਕਿ ਅਸੀਂ ਜਪਣਾ ਹੈ ਪਰਮਾਤਮਾ ਦਾ ਨਾਮ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਾਂ ਕਹਿ ਲਓ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਖਿੱਚ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਸ਼ਰਧਾ ਰੂਪੀ ਖਿੱਚ ਪਿਆਸ ਜਿਹੜੀ ਉਹ ਲੱਗੀ। ਹਰ ਹਰ ਨਾਮ ਮਿਲਿਆ ਤ੍ਰਿਪਤਾਸਾ ਹੈ, ਹਰੀ ਦਾ ਨਾਮ ਜਿਨ੍ਹਾਂ ਨੂੰ ਮਿਲਿਆ ਉਹ ਤ੍ਰਿਪਤਾਸਾ ਹੈ, ਉਹ ਰੱਜ ਜਾਂਦੇ ਆ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ। ਤ੍ਰਿਪਤਾਸਾ ਦਾ ਅਰਥ ਹੁੰਦਾ ਹੈ ਰੱਜਣਾ। ਹਰ ਹਰ ਨਾਮ ਮਿਲਿਆ ਤ੍ਰਿਪਤਾਸਾ, ਮਿਲ ਸੰਗਤ ਗੁਣ ਪ੍ਰਗਾਸ, ਸੰਗਤ ਵਿੱਚ ਮਿਲ ਕੇ ਗੁਣਾਂ ਦਾ ਚਾਨਣ ਜਿਹੜਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਗੁਣ ਪ੍ਰਗਾਸਦੇ ਹਨ। ਪਿਛੇ ਕਿਹਾ ਸੀ ਸਾਡੇ ਅੰਦਰ ਗੁਣ ਪੈਦਾ ਹੋਣ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ, ਕਿਰਪਾ ਕਰੋ ਸਾਡੇ ਅੰਦਰ ਨਾਮ ਦਾ ਪ੍ਰਗਾਸ ਹੋਵੇ। ਤੇ ਹੁਣ ਸਤਿਗੁਰੂ ਇੱਥੇ ਕਹਿੰਦੇ ਆ ਕਿ ਇਹ ਨਾਮ ਦਾ ਪ੍ਰਗਾਸ ਕਿੱਥੋਂ ਪ੍ਰਗਟ ਹੁੰਦਾ ਹੈ ਜੀ? ਮਿਲ ਸੰਗਤ, ਸੰਗਤ ਵਿੱਚੋਂ ਜਿਹੜਾ ਹੈ ਗੁਣਾਂ ਦਾ ਪ੍ਰਗਾਸ, ਜਿਹੜਾ ਗੁਣਾਂ ਦਾ ਚਾਨਣ ਪੈਦਾ ਹੁੰਦਾ ਹੈ। ਹਰ ਹਰ ਨਾਮ ਮਿਲਿਆ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਹੜੇ ਮਨੁੱਖਾਂ ਨੇ ਉਸ ਹਰੀ ਨੂੰ ਜਪਿਆ, ਹਰ ਹਰ ਨਾਮ ਮਿਲਿਆ ਤ੍ਰਿਪਤਾਸੇ, ਉਹ ਤ੍ਰਿਪਤਾਸ ਗਏ।
ਉਹ ਰੱਜ ਗਏ। ਮਿਲ ਸੰਗਤ ਗੁਣ ਪ੍ਰਗਾਸ, ਉਹਨਾਂ ਦੇ ਅੰਦਰ ਸੰਗਤ ਵਿੱਚ ਮਿਲਣ ਦੇ ਨਾਲ ਗੁਣਾਂ ਦਾ ਪ੍ਰਗਾਸ ਹੋ ਗਿਆ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਹੁਣ ਤੀਸਰਾ ਬੰਦ ਆਰੰਭ ਹੋਣ ਲੱਗਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਭਾਗ ਵਡੇਰੇ ਸੀ। ਉਹਨਾਂ ਦੇ ਅੰਦਰ ਤੇ ਵਿਤਾਸ ਆ ਗਈ, ਉਹ ਰਸ ਨਾਲ ਭਰ ਗਏ ਤੇ ਉਹ ਚਾਨਣ ਦੇ ਵਿੱਚ ਆ ਗਏ। ਪਰ ਜਿਨ੍ਹਾਂ ਨੇ ਨਹੀਂ ਜਪਿਆ ਉਹਨਾਂ ਦਾ ਕੀ ਹਸ਼ਰ ਹੋਇਆ? ਜਿਨ ਹਰ 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 ਰਸ ਨਾਮ ਨਾ ਪਾਇਆ। 3 ਵਾਰੀ ਸਤਿਗੁਰਾਂ ਨੇ ਇਹ ਦ੍ਰਿੜ ਕਰਕੇ ਦੱਸਿਆ ਕਿ ਜਿਨ੍ਹਾਂ ਮਨੁੱਖਾਂ ਨੇ ਹਰੀ ਦਾ ਨਾਮ ਰਸ ਨਹੀਂ ਚੱਕਿਆ। ਹੁਣ ਆਪਾਂ ਏਦਾਂ ਵੀ ਕਹਿ ਸਕਦੇ ਹਾਂ, ਜਿਹਨੇ ਮਨੁੱਖ ਹੋ ਗਏ ਪਿੱਛੇ, ਜਿਹੜੇ ਪਾਸਟ ਵਿੱਚ ਲੰਘ ਗਏ, ਜਿਨ੍ਹਾਂ ਨੇ ਪਿੱਛੇ ਵੀ ਨਹੀਂ ਸੀ ਜੰਪਿਆ, ਤੇ ਜਿਹੜੇ ਹੁਣ ਵੀ ਨਹੀਂ ਜਪ ਰਹੇ, ਤੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਨਹੀਂ ਜਪਣਗੇ। 3 ਵਾਰੀ ਹਰ ਹਰ ਆਇਆ ਨਾ, ਆਪਾਂ ਇਹ ਵੀ ਅਰਥ ਕਰ ਸਕਦੇ ਹਾਂ ਕਿ ਜਿਹੜੇ ਲੰਘ ਗਏ ਹਨ, ਜਿਹੜੇ ਉਹਨਾਂ ਨੇ ਵੀ ਨਹੀਂ ਜਪਿਆ, ਜਿਹੜੇ ਹੁਣ ਵੀ ਨਹੀਂ ਜਪ ਰਹੇ, ਜਿਹੜੇ ਆਉਣ ਵਾਲੇ ਸਮੇਂ 'ਚ ਵੀ ਨਹੀਂ ਜਪਣਗੇ। ਜਿਨ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਉਸ ਹਰੀ ਦੇ ਨਾਮ ਦਾ ਰਸ ਨਹੀਂ ਪਾਇਆ, ਤੇ ਭਾਗਹੀਣ ਜਮ ਪਾਸ, ਉਹ ਭਾਗਹੀਣ ਹਨ। ਉਹਨਾਂ ਪਿਛੇ ਕਿਹਾ ਵਡਭਾਗੀ ਹਨ, ਪਰ ਇਹ ਭਾਗਹੀਣ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ। ਭਾਗਹੀਣ ਜਮ ਪਾਸ, ਫਿਰ ਉਹਨਾਂ ਨੂੰ ਜਮ ਜਿਹੜਾ ਫੜ ਕੇ ਲੈ ਜਾਂਦਾ ਹੈ। ਭਾਵ ਉਹ ਫਿਰ ਜਮ ਦੇ ਪਾਸ ਹੀ ਜਾਂਦੇ ਆ। ਉਹਨਾਂ ਦੀ ਪਰਮਾਤਮਾ ਦੇ ਦਰ ਤੇ ਕੋਈ ਸੁਣਵਾਈ ਨਹੀਂ, ਜਿਹੜੇ ਜਪਦੇ ਨਹੀਂ ਹਨ। ਜਿਹੜੇ ਪਹਿਲੋਂ ਵੀ ਨਹੀਂ ਸੀ ਜਪਦੇ, ਜਿਹੜੇ ਹੁਣ ਵੀ ਨਹੀਂ ਜਪਣਗੇ, ਤੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਨਹੀਂ ਜਪਣਗੇ, ਉਹਨਾਂ ਦਾ ਇਹ ਹਸ਼ਰ ਹੋਵੇਗਾ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜਿਹੜੇ ਸਤਿਗੁਰੂ ਦੀ ਸ਼ਰਨ ਦੇ ਵਿੱਚ, ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ, ਸੰਗਤ ਵਿੱਚ ਨਹੀਂ ਆਏ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਉਹ ਮਨੁੱਖ ਤ੍ਰਿਗ ਹਨ, ਲਾਹਨਤ ਹੈ ਇਹਨਾਂ ਨੂੰ। ਤ੍ਰਿਗ ਸ਼ਬਦ ਕਹਿੰਦੇ ਕਿ ਜੇ ਕੋਈ ਇੱਕ ਮਨੁੱਖ ਨੂੰ ਇੱਕ ਵਾਰੀ ਕਹੀਏ ਨਾ ਕਿ ਤੂੰ ਬਹੁਤ ਬੁਰਾ ਹੈ, ਤੇ ਜੇ ਉਹਨੂੰ 100 ਵਾਰੀ ਕਹੀਏ ਤੇ ਉਹਦਾ ਗਾਂ ਦੁੱਗਣਾ ਜਿਹੜਾ ਉਹਨੂੰ ਤ੍ਰਿਗ ਕਿਹਾ ਜਾਂਦਾ ਹੈ। ਕਿ ਉਹ ਬੜੇ ਹੀ ਮਾੜੇ ਜੀਵਨ ਵਾਲੇ ਮਨੁੱਖ ਹਨ, ਜਿਹੜੇ ਤੇ ਸਤਿਗੁਰੂ ਦੀ ਸੰਗਤ 'ਚ ਨਹੀਂ ਆਉਂਦੇ, ਜਿਹੜੇ ਸੰਗਤ ਨਹੀਂ ਕਰਦੇ ਸਤਿਗੁਰੂ ਦੀ ਆ ਕੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਦੇਖੋ ਕਿੰਨੀ ਵੱਡੀ ਸਤਿਗੁਰਾਂ ਨੇ ਮਰਿਆਦਾ ਸੰਗਤ ਦੀ ਬੰਨੀ ਹੈ। ਪਹਿਲੋਂ ਕਹਿ ਦਿੱਤਾ ਕਿ ਉਹਨਾਂ ਦੇ ਅੰਦਰ ਗੁਣਾਂ ਦਾ ਪ੍ਰਗਾਸ ਸੰਗਤ ਵਿੱਚ ਹੁੰਦਾ ਹੈ। ਹੁਣ ਕਹਿ ਦਿੱਤਾ ਕਿ ਜਿਹੜੇ ਸ਼ਰਨ 'ਚ ਨਹੀਂ ਆਉਣੇ, ਜਿਹੜੇ ਸੰਗਤ 'ਚ ਨਹੀਂ ਆਉਂਦੇ, ਉਹਨਾਂ ਦਾ ਜੀਵਨ ਤ੍ਰਿਗ ਹੈ। ਤ੍ਰਿਗ ਜੀਵੈ, ਉਹਨਾਂ ਦੇ ਜੀਵਨ ਨੂੰ ਤ੍ਰਿਗ ਹੈ। ਤ੍ਰਿਗ ਜੀਵਾਸ, ਉਹਨਾਂ ਦਾ ਰਹਿਣਾ, ਉਹਨਾਂ ਦਾ ਸਾਰੇ ਕਾਰਜ ਕਰਨੇ ਜਿਹੜੇ ਆ ਉਹ ਤ੍ਰਿਗ ਹਨ। ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਹੁਣ ਫੇਰ ਸੰਗਤ ਦੀ ਗੱਲ ਸਤਿਗੁਰਾਂ ਨੇ ਚੌਥੇ ਬੰਦ ਦੇ ਵਿੱਚ ਆਖੀ ਹੈ ਕਿ ਜਿਨ੍ਹਾਂ ਮਨੁੱਖਾਂ ਨੇ, ਜਿਨ ਹਰ ਜਨ, ਜਿਹੜੇ ਹਰੀ ਦੇ ਜਨਾਂ ਨੇ ਸਤਿਗੁਰ ਸੰਗਤ ਪਾਈ, ਸਤਿਗੁਰੂ ਦੀ ਸੰਗਤ ਦੇ ਵਿੱਚ ਜਿਹੜੇ ਆਏ, ਜਿਨ੍ਹਾਂ ਨੂੰ ਪ੍ਰਾਪਤ ਹੋ ਗਈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਧੁਰ ਤੋਂ ਹੀ ਨਸੀਬਾਂ ਦੇ ਵਿੱਚ ਲਿਖਿਆ ਹੋਇਆ ਸੀ, ਉਹਨਾਂ ਦੇ ਧੁਰ ਤੋਂ ਹੀ ਮੱਥੇ ਤੇ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਸੰਗਤ ਕਰਨੀ ਹੈ। ਭਾਵ ਕਿ ਇੱਥੇ ਇਹ ਨਹੀਂ ਜਤਾਉਣਾ ਕਿ ਮੈਂ ਸੰਗਤ ਕਰ ਰਿਹਾ, ਇਹ ਕਿਰਪਾ ਸਤਿਗੁਰੂ ਕਰਦੇ ਹਨ ਤੇ ਫਿਰ ਹੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਹਿੰਦੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਹੜੇ ਹਰੀ ਦੇ ਜਨਾਂ ਨੇ ਸਤਿਗੁਰੂ ਦੀ ਸੰਗਤ ਮਾਣੀ ਹੈ, ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ। ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਉਹਨਾਂ ਦੇ ਧੁਰ ਤੋਂ ਹੀ ਮੱਥੇ ਦੇ ਉੱਤੇ ਲੇਖ ਲਿਖੇ ਹੋਏ ਸਨ ਕਿ ਉਹਨਾਂ ਨੇ ਸੰਗਤ ਕਰਨੀ ਹੀ ਕਰਨੀ ਹੈ, ਤਾਂ ਉਹਨਾਂ ਨੂੰ ਇਹ ਸੰਗਤ ਜਿਹੜੀ ਹੈ ਪ੍ਰਾਪਤ ਹੋਈ ਹੈ। ਧੰਨ ਧੰਨ ਸਤ ਸੰਗਤ। ਹੁਣ ਸਤ ਸੰਗਤ ਦੀ ਕਿੰਨੀ ਮਹਿਮਾ ਹੈ। ਸਤਿਗੁਰ ਕਹਿੰਦੇ ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਏ, ਜਿਤ ਹਰ ਰਸ ਪਾਇਆ। ਧੰਨ ਹੈ ਸੰਗਤ, ਸਤ ਸੰਗਤ ਧੰਨ ਹੈ ਜਿੱਥੋਂ ਹਰੀ ਦਾ ਨਾਮ ਰਸ ਪ੍ਰਾਪਤ ਹੋਇਆ, ਜਿਹਦੀ ਗੱਲ ਕਹੀ ਸੀ ਕਿ ਸੰਗਤ ਦੇ ਵਿੱਚ ਹੀ ਪ੍ਰਗਾਸ ਹੁੰਦਾ ਹੈ, ਸੰਗਤ ਦੇ ਵਿੱਚੋਂ ਹੀ ਪਰਮਾਤਮਾ ਦਾ ਨਾਮ ਲੱਭਦਾ ਹੈ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉਸ ਨਾਮ ਦਾ ਪ੍ਰਗਾਸ ਜਿਹੜਾ ਉਸ ਮਨੁੱਖ ਦੇ ਹਿਰਦੇ 'ਚ ਹੁੰਦਾ ਹੈ, ਜਿਹੜਾ ਮਨੁੱਖ ਸੰਗਤ ਕਰਦਾ ਹੈ, ਜਿਹੜਾ ਸਤ ਸੰਗਤ ਦੇ ਵਿੱਚ ਬੈਠਦਾ ਹੈ। ਇੱਕ ਕੁਸੰਗਤ ਹੁੰਦੀ, ਇੱਕ ਸੰਗਤ ਹੁੰਦੀ, ਇੱਕ ਸਤ ਸੰਗਤ ਹੁੰਦੀ। ਕੁਸੰਗਤ ਵਿਕਾਰਾਂ ਵਾਲਿਆਂ ਦੀ ਹੁੰਦੀ ਹੈ, ਸੰਗਤ ਆਮ ਮਨੁੱਖਾਂ ਦੀ ਹੁੰਦੀ ਹੈ।
ਤੇ ਸਤ ਸੰਗਤ ਜਿਹੜੀ ਹੈ ਜਿੱਥੇ ਹਰੀ ਦਾ ਨਾਮ ਜਪਿਆ ਜਾਂਦਾ ਉਹਨੂੰ ਸਤ ਸੰਗਤ ਕਿਹਾ ਜਾਂਦਾ। ਜਿੱਥੇ ਗੁਰੂ ਦੇ ਹਜ਼ੂਰ ਆਪਾਂ ਨਾਮ ਜਪਦੇ ਆ ਉਹਨੂੰ ਸੰਗਤ ਕਿਹਾ ਜਾਂਦਾ। ਧੰਨ ਧੰਨ ਸਤ ਸੰਗਤ, ਧੰਨ ਧੰਨ ਹੈ ਉਹ ਸਤ ਸੰਗਤ ਜਿਤ ਹਰ ਰਸ ਪਾਇਆ, ਜਿੱਥੋਂ ਹਰੀ ਦਾ ਨਾਮ ਪ੍ਰਾਪਤ ਹੋਇਆ। ਮਿਲ ਜਨ ਮਿਲ ਕੇ ਪ੍ਰਭੂ ਦੇ ਜਨਾਂ ਨੇ, ਮਿਲ ਜਨ ਨਾਨਕ ਨਾਮ ਪ੍ਰਗਾਸ, ਮਿਲ ਕੇ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਦਾ ਪ੍ਰਗਾਸ ਕਰ ਲਿਆ। ਜਿਸ ਨਾਮ ਦੇ ਪ੍ਰਗਾਸ ਦੀ ਗੱਲ ਸ਼ੁਰੂ ਤੇ ਹੱਥ ਜੋੜ ਕੇ ਕੀਤੀ ਸੀ ਕਿ ਸਤਿਗੁਰੂ ਹਮ ਕੀਰੇ ਕਿਰਮ, ਸਤਿਗੁਰੂ ਸਰਨਾਈ ਕਰ ਦਇਆ ਨਾਮ ਪ੍ਰਗਾਸ। ਇਹ ਗੱਲ ਕਹੀ ਸੀ ਨਾ ਕਿ ਸਾਡੇ ਅੰਦਰ ਨਾਮ ਦਾ ਪ੍ਰਗਾਸ ਕਰੋ। ਰਹਾਉ ਵਾਲਾ ਬੰਦ ਸੀ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਨਾਮ ਦਾ ਪ੍ਰਗਾਸ ਕਿੱਥੋਂ ਹੋਣਾ ਹੈ? ਸਤ ਸੰਗਤ ਵਿੱਚੋਂ। ਮਿਲ ਜਨ ਨਾਨਕ ਨਾਮ ਪ੍ਰਗਾਸ, ਉਹਨਾਂ ਨੇ ਮਿਲ ਕੇ ਸੰਗਤ ਦੇ ਨਾਲ ਤੇ ਨਾਮ ਦਾ ਪ੍ਰਗਾਸ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਇਆ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਜਿਨ੍ਹਾਂ ਨੇ ਸਤ ਸੰਗਤ ਕੀਤੀ, ਜਿਨ੍ਹਾਂ ਨੇ ਕੀਰਤਨ ਸਰਵਣ ਕੀਤਾ, ਜਿਨ੍ਹਾਂ ਨੇ ਕਥਾ ਵਿਚਾਰ ਸਰਵਣ ਕੀਤੀ, ਜਿਨ੍ਹਾਂ ਸੰਗਤ 'ਚ ਬੈਠ ਕੇ ਜਪਿਆ, ਜਿਨ੍ਹਾਂ ਨੇ ਬਾਣੀ ਪੜ੍ਹੀ, ਜਿਨ੍ਹਾਂ ਨੇ ਨਾਮ ਸਿਮਰਨ ਕੀਤਾ, ਉਹਨਾਂ ਮਨੁੱਖਾਂ ਨੂੰ ਸਤ ਸੰਗਤ ਦੇ ਵਿੱਚੋਂ ਉਹ ਹਰੀ ਦਾ ਨਾਮ ਜਿਹੜਾ ਪ੍ਰਾਪਤ ਹੋ ਗਿਆ। ਉਹਨਾਂ ਦੇ ਅੰਦਰ ਨਾਮ ਦਾ ਪ੍ਰਗਾਸ ਹੋ ਗਿਆ। ਰਾਗ ਗੁਜਰੀ ਮਹੱਲਾ ਪੰਜਵਾਂ। ਗੁਜਰੀ ਰਾਗ ਹੈ, ਪੰਜਵੇਂ ਮਹੱਲੇ ਦਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ। ਕਾਹੇ ਰੇ ਮਨ ਚਿਤਵਹਿ ਉਦਮ। ਹੁਣ ਮਨੁੱਖ ਦੀ ਚਿੰਤਾ ਹੁੰਦੀ ਆ ਕਿ ਮੈਂ ਹੁਣ ਕੁਛ ਨਾ ਕੁਛ ਜਿਹੜਾ ਪ੍ਰਾਪਤ ਕਰਾਂ, ਆਪਣਾ ਪਰਿਵਾਰ ਪਾਲਾਂ, ਕਿ ਮੈਂ ਧਨ ਪਦਾਰਥ ਇਕੱਠਾ ਕਰਾਂ। ਹੁਣ ਉਹਦੇ ਬਾਬਤ ਸਤਿਗੁਰੂ ਬਖਸ਼ਿਸ਼ ਕਰਦੇ ਆ। ਸਤਿਗੁਰੂ ਕਹਿੰਦੇ ਕਿ ਕਾਹੇ ਰੇ ਮਨ ਚਿਤਵਹਿ ਉਦਮ, ਤੂੰ ਆਪਣੇ ਮਨ ਦੇ ਵਿੱਚ ਕਾਹੇ ਮਨਾ ਮੇਰਿਆ ਚਿਤਵਹਿ ਉਦਮ, ਤੂੰ ਕਿਉਂ ਆਪਣੇ ਮਨ 'ਚ ਜ਼ਿਕਰ ਕਰਦਾ ਹੈ? ਜਾਂ ਆ ਹਰ ਜੀਓ ਪਰਿਆ। ਜਦੋਂ ਉਸ ਅਕਾਲ ਪੁਰਖ ਨੇ, ਉਸ ਪਰਮਾਤਮਾ ਨੇ ਤੇਰਾ ਆਹਰ ਜਿਹੜਾ ਹੈ ਪਹਿਲੋਂ ਹੀ ਨਿਰਧਾਰਿਤ ਕੀਤਾ ਹੋਇਆ ਹੈ। ਕਾਹੇ ਰੇ ਮਨ ਚਿਤਵਹਿ ਉਦਮ, ਆਪਣੇ ਮਨ ਦੇ ਵਿੱਚ ਆਹਾਰ ਦੀ ਗੱਲ ਲੈ ਕੇ ਤੂੰ ਕਿਉਂ ਚਿੰਤਾ ਦੇ ਵਿੱਚ ਪੈਣਾ ਹੈ ਕਿ ਮੈਂ ਪ੍ਰਸ਼ਾਦਾ ਜਿਹੜਾ ਹੈ ਪਤਾ ਨਹੀਂ ਮੈਨੂੰ ਮਿਲਣਾ ਕਿ ਨਹੀਂ ਜੇ ਮੈਂ ਉਦਮ ਨਾ ਕਰੇਗਾ। ਇੱਥੇ ਇਹ ਨਹੀਂ ਕਿਹਾ ਗਿਆ ਕਿ ਉਦਮ ਨਹੀਂ ਕਰਨਾ, ਉਹ ਆਪਾਂ ਅੱਗੇ ਵਿਚਾਰਦੇ ਹਾਂ। ਕਾਹੇ ਰੇ ਮਨ ਚਿਤਵਹਿ ਉਦਮ, ਇਹ ਫੋਕੀਆਂ ਚਿੰਤਾਵਾਂ ਛੱਡ ਦੇ। ਜਾਂ ਆਹਰ ਹਰ ਜੀਓ ਪਰਿਆ, ਜਦੋਂ ਉਸ ਵਾਹਿਗੁਰੂ ਨੇ, ਉਸ ਅਕਾਲ ਪੁਰਖ ਨੇ ਤੇਰਾ ਆਹਰ ਪਹਿਲੋਂ ਹੀ ਨਿਰਧਾਰਿਤ ਕੀਤਾ ਹੋਇਆ ਹੈ। ਉਦਮ ਚਿਤਵਨ ਤੇ ਉਦਮ ਕਰਨ ਦੇ ਵਿੱਚ ਜਿਹੜਾ ਫਰਕ ਹੁੰਦਾ, ਇੱਥੇ ਚਿਤਵੈ ਸ਼ਬਦ ਆਇਆ। ਉਦਮ ਕਰਨਾ ਜ਼ਰੂਰੀ ਹੈ, ਉਦਮ ਅਸੀਂ ਕਰਦੇ ਨਹੀਂ ਆ। ਨਾਮ ਜਪਣ ਵਾਸਤੇ ਵੀ ਉਦਮ ਕਰਨਾ ਪੈਂਦਾ ਤੇ ਫਿਰ ਜਿਹੜਾ ਆਹਾਰ ਵਾਸਤੇ ਵੀ ਉਦਮ ਕਰਨਾ ਪੈਂਦਾ। ਇੱਥੇ ਸ਼ਬਦ ਚਿਤਵੈ ਆਇਆ, ਕਾਹੇ ਰੇ ਮਨ ਚਿਤਵੈ ਹੈ ਉਦਮ। ਆਪਣੇ ਚਿੱਤ ਵਿੱਚ ਵਾਰ-ਵਾਰ ਇਹੋ ਗੱਲ ਵਿਚਾਰੀ ਜਾਣੀ ਕਿ ਮੇਰਾ ਕੀ ਬਣੂਗਾ ਜੇ ਮੈਂ ਨਾ ਕਮਾਊਂਗਾ ਤੇ ਕੀ ਬਣੂਗਾ। ਉਹ ਜਿਹੜੀ ਚਿੰਤਾ ਨਾ, ਸਤਿਗੁਰ ਕਹਿੰਦੇ ਉਹ ਚਿੰਤਾ ਖਤਮ ਕਰ। ਇਹਨੇ ਉਦਮ ਨਹੀਂ ਕਰਨਾ। ਉਦਮ ਕਰਨਾ ਹੈ, ਕਮਾਉਣਾ ਹੈ, ਤੂੰ ਧਨ ਪਦਾਰਥ ਕਮਾਉਣ ਵਾਸਤੇ ਜਾਣਾ ਹੈ, ਉਹ ਉਦਮ ਕਰਨਾ ਕਹਿੰਦੇ ਆ। ਨੌਕਰੀ ਤੇ ਵੀ ਜਾਣਾ ਹੈ, ਆਪਣੀ ਦੁਕਾਨ ਵੀ ਚਲਾਉਣੀ ਹੈ, ਉਹ ਉਦਮ ਕਰਨਾ ਹੈ ਤੂੰ, ਪਰ ਚਿਤਵਨਾ ਨਹੀਂ ਹੈ। ਚਿੱਤ ਦੇ ਵਿੱਚ ਪਰਮਾਤਮਾ ਵਸਾਉਣਾ ਹੈ। ਹਾਥ ਪਾਵ ਕਰ ਕਾਮ ਤਵ ਫਿਰ ਅੱਗੇ ਚੀਤ ਨਿਰੰਜਨ ਨਾਮ ਨਾਲ, ਭਾਵ ਹੱਥਾਂ ਦੇ ਨਾਲ ਤੂੰ ਉਦਮ ਕਰਨਾ ਹੈ, ਉਦਮ ਤੋਂ ਰੋਕਿਆ ਨਹੀਂ ਹੈ। ਪਰ ਚਿੱਤ ਦੇ ਵਿੱਚ ਜਿਹੜਾ ਹੈ ਨਾ, ਇਹ ਨਹੀਂ ਵਿਚਾਰਨਾ ਕਿ ਮੇਰਾ ਕੀ ਬਣੂਗਾ, ਮੇਰੇ ਤੋਂ ਬਿਨਾਂ ਮੇਰੇ ਪਰਿਵਾਰ ਦਾ ਕੀ ਬਣੂਗਾ, ਜੇ ਮੈਂ ਇਹ ਨਾ ਕੀਤਾ, ਮੈਂ ਉਹ ਨਾ ਕੀਤਾ, ਤੇ ਧਨ ਪਦਾਰਥ ਨਾ ਇਕੱਠਾ ਕੀਤਾ। ਇਹ ਗੱਲਾਂ ਸਤਿਗੁਰ ਕਹਿੰਦੇ ਛੱਡ ਦੇ, ਚਿੱਤ 'ਚ ਪ੍ਰਮਾਤਮਾ ਨੂੰ ਵਸਾ। ਚਿਤਵਹਿ ਉਦਮ, ਇੱਥੇ ਚਿਤਵਹਿ ਤਾਂ ਸ਼ਬਦ ਆਇਆ। ਕਾਹੇ ਰੇ ਮਨ ਚਿਤਵਹਿ, ਤੂੰ ਕਿਉਂ ਸੋਚਦਾ ਹੈ ਉਦਮ ਦੇ ਬਾਰੇ ਕਿ ਮੈਂ ਕੀ ਕਰਾਂਗਾ। ਜਾਂ ਆਹਰ ਹਰ ਜੀਓ ਪਰਿਆ, ਜਦੋਂ ਤੇਰਾ ਆਹਰ, ਜਦੋਂ ਤੇਰੀ ਰੋਟੀ ਉਸ ਪਰਮਾਤਮਾ ਨੇ ਪਹਿਲੋਂ ਹੀ ਤੇਰੇ ਵਾਸਤੇ ਜਿਹੜੀ ਆ ਉਹ ਬਣਾ ਕੇ ਰੱਖੀ ਹੈ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਸੈਲ ਪੱਥਰ, ਚਟਾਨਾਂ ਦੇ ਵਿੱਚ, ਸੈਲ ਦਾ ਅਰਥ ਹੁੰਦਾ ਹੈ ਚਟਾਨ, ਪੱਥਰਾਂ ਦੇ ਵਿੱਚ ਵੀ ਜੀਵ ਜੰਤੂ ਪਰਮਾਤਮਾ ਨੇ ਪਾਏ ਆ, ਬਣਾਏ ਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਉਹਨਾਂ ਦਾ ਰਿਜਕ ਪਹਿਲੋਂ ਹੀ ਨਿਰਧਾਰਿਤ ਕੀਤਾ ਹੈ। ਸੰਸਾਰ ਦੇ ਸਾਰੇ ਜੀਵਾਂ ਦਾ ਰਿਜਕ ਅਕਾਲ ਪੁਰਖ ਨੇ ਪਹਿਲੋਂ ਹੀ ਨਿਰਧਾਰਿਤ ਕੀਤਾ ਹੋਇਆ ਹੈ।
ਇਸ ਕਰਕੇ ਇਹਨਾਂ ਚਿੰਤਾਵਾਂ ਦੇ ਵਿੱਚ ਪੈਣਾ ਛੱਡ ਦੇ। ਸੈਲ ਪੱਥਰ ਮੈਂ ਜੰਤੂ ਪਾਏ, ਉਹ ਪੱਥਰਾਂ ਦੇ ਵਿੱਚ ਜੀਵ ਜੰਤੂ ਉਹਨੇ ਉਪਾਏ ਆ, ਤਾਂ ਘਰ ਰਿਜਕ ਆਗਿਆ ਕਰ ਧਰਿਆ। ਉਹਨਾਂ ਦਾ ਰਿਜਕ ਜਿਹੜਾ ਹੈ ਉਸ ਦਾ ਅਕਾਲ ਪੁਰਖ ਨੇ ਪਹਿਲਾਂ ਹੀ ਬਣਾ ਕੇ ਰੱਖਿਆ ਹੈ। ਕਹਿੰਦੇ ਇੱਕ ਬਾਦਸ਼ਾਹ ਸੀ, ਉਹ ਏਦਾਂ ਹੀ ਆਪਣਾ ਮਹਿਲ ਤਿਆਰ ਕਰਵਾ ਰਿਹਾ ਸੀ, ਤੇ ਮਹਿਲ ਤਿਆਰ ਕਰਵਾਉਂਦਿਆਂ ਉਹਦਾ ਗੁਰੂ ਆ ਗਿਆ ਤੇ ਆਪਣੇ ਗੁਰੂ ਨੂੰ ਕਹਿੰਦਾ, ਗੁਰੂ ਜੀ ਜੇ ਮੈਂ ਇਹ ਮਹਿਲ ਨਾ ਤਿਆਰ ਕਰਵਾਉਂਦਾ ਹੁੰਦਾ ਨਾ, ਆ ਜਿੰਨੇ ਮਜ਼ਦੂਰ ਕੰਮ ਕਰਦੇ ਆ ਨਾ, ਤੁਸੀਂ ਦੇਖੋ ਆਸੇ ਪਾਸੇ, ਇਹਨਾਂ ਭੁੱਖੇ ਮਰ ਜਾਣਾ। ਗੁਰੂ ਸਿਆਣਾ ਹੈ, ਉਹਨੇ ਕਿਹਾ ਤੂੰ ਇੰਜ ਕਰ, ਚੱਲ ਠੀਕ ਹੈ, ਤੂੰ ਕਹਿਣਾ ਵੀ ਤੇਰੇ ਕਰਕੇ ਰੋਜੀ ਤੇ ਲੱਗੇ ਆ? ਕਹਿੰਦਾ ਹਾਂਜੀ ਮੇਰੇ ਕਰਕੇ ਲੱਗੇ ਆ, ਜੇ ਮੈਂ ਨਾ ਹੁੰਦਾ ਤੇ ਇਹਨਾਂ ਭੁੱਖੇ ਮਰ ਜਾਣਾ। ਤੇ ਨੇੜੇ ਇੱਕ ਪੱਥਰ ਪਿਆ ਹੈ, ਕਹਿੰਦਾ ਪੱਥਰ ਫੜ ਕੇ ਲਿਆ। ਫੜਿਆ ਨਿੱਕਾ ਜਿਹਾ ਪੱਥਰ, ਤੇ ਨੇੜਿਓ ਸੈਣੀ ਥੋੜੀ ਫੜ ਲਈ, ਕਹਿੰਦਾ ਤੋੜ। ਤੋੜਿਆ ਤੇ ਵਿੱਚੋਂ ਕੀੜਾ ਨਿਕਲਿਆ ਨਿੱਕਾ ਜਿਹਾ, ਭੱਜ ਗਿਆ ਪਰੇ ਨੂੰ। ਕਹਿੰਦਾ ਹੁਣ ਤੂੰ ਇਹਨਾਂ ਸਾਰਿਆਂ ਮਜ਼ਦੂਰਾਂ ਨੂੰ ਤੇ ਰੋਟੀ ਦੇ ਦਿੰਦਾ, ਆਪ ਦੇਖ ਇਹਨੂੰ ਕੋਈ ਰਾਹ ਹੀ ਨਹੀਂ ਹੈਗਾ ਇਸ ਪੱਥਰ ਦੇ ਵਿੱਚ, ਇਹਨੂੰ ਰੋਟੀ ਕੌਣ ਦੇ ਰਿਹਾ? ਤੂੰ ਕਹਿਣਾ ਕਿ ਮੈਂ ਮਜ਼ਦੂਰ ਮੇਰੇ ਕਰਕੇ ਰੋਟੀ ਖਾ ਰਹੇ ਆ, ਇਸ ਪੱਥਰ ਵਾਲੇ ਜੀਵ ਨੂੰ ਕੌਣ ਦਿੰਦਾ ਸੀ? ਇਸ ਕਰਕੇ ਸਤਿਗੁਰੂ ਕਹਿੰਦੇ ਆ, ਸੈਲ ਪੱਥਰ ਮੈਂ ਜੰਤੂ ਉਪਾਏ, ਤਾਂ ਘਰ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਜਿਹੜੇ ਸਤ ਸੰਗਤ ਵਿੱਚ ਆ ਕੇ ਉਹ ਤਰ ਜਾਂਦੇ ਆ। ਇਸ ਕਰਕੇ ਸਤ ਸੰਗਤ ਬੜੀ ਜ਼ਰੂਰੀ ਆ। ਕੰਮ ਜ਼ਰੂਰੀ ਹਨ, ਕੰਮ ਕਰਨ ਤੋਂ ਬਾਅਦ ਸਤ ਸੰਗਤ ਵੀ ਜ਼ਰੂਰੀ ਆ। ਇਹ ਨਹੀਂ ਕਿ ਕੰਮ ਦੇ ਪਿੱਛੇ ਹੀ ਭੱਜੀ ਜਾਣਾ, ਸਤ ਸੰਗਤ ਵੀ ਆਪਣੇ ਜੀਵਨ ਚ ਕਮਾਉਣੀ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਉਹ ਤਰ ਜਾਂਦਾ ਜਿਹਨੂੰ ਸਤ ਸੰਗਤ ਮਿਲ ਜਾਂਦੀ ਆ। ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਪ੍ਰਮਾਤਮਾ ਜੀ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸਤਿਗੁਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਪਰਮ ਪਦ ਪਾਇਆ, ਉਹਨਾਂ ਮਨੁੱਖਾਂ ਨੂੰ ਪਰਮ ਪਦਵੀ ਮਿਲ ਗਈ, ਉਹ ਇਸ ਸੰਸਾਰ ਤੋਂ ਤਰ ਗਏ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਕਾਸ਼ਟ ਦਾ ਅਰਥ ਹੁੰਦਾ ਹੈ ਲੱਕੜੀ। ਜਿਹੜੀ ਸੁੱਕੀ ਲੱਕੜ ਆ ਨਾ, ਉਹ ਵੀ ਹਰੀ ਹੋ ਜਾਂਦੀ ਆ। ਜਿਹੜੀ ਸੁੱਕੇ ਜੀਵਨ ਵਾਲੇ ਮਨੁੱਖ ਵੀ, ਸੁੱਕੇ ਜੀਵਨ ਲੱਕੜ ਵਰਗੇ ਸੁੱਕੇ ਮਨੁੱਖ ਵੀ ਹਰੇ ਹੋ ਜਾਂਦੇ ਆ, ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ, ਜਿਹੜੇ ਸਤ ਸੰਗਤ ਕਰਦੇ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਮਨੁੱਖਾਂ ਨੂੰ, ਕਿਹਨਾਂ ਨੂੰ? ਜਿਨ੍ਹਾਂ ਨੂੰ ਸਤ ਸੰਗਤ ਮਿਲੀ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਜਿਨ੍ਹਾਂ ਦਾ ਜੀਵਨ ਸੁੱਕਾ ਸੀ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਮਾਇਆ ਹੀ ਦਿਖਦੀ ਸੀ, ਉਹ ਸੁੱਕੇ ਜੀਵਨ ਵਾਲੇ ਵੀ ਹਰੇ ਹੋ ਗਏ। ਸੁੱਕੇ ਕਾਸ਼ਟ ਹਰਿਆ, ਜਨਨ ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਆ। ਜਨਨ ਪਿਤਾ ਲੋਕ ਸੁਤ ਬਣਤਾ, ਹੇ ਮਨਾ ਮਾਂ ਪਿਓ ਪੁੱਤਰ ਲੋਕ ਵਹੁਟੀ, ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ। ਜਨਨ ਜਿਨਨੇ ਜੜਿਆ ਹੈ, ਮਾਂ ਪਿਤਾ, ਲੋਕ ਭਾਵ ਸੰਸਾਰੀ ਲੋਕ, ਰਿਸ਼ਤੇਦਾਰ, ਸੁਤ ਪੁੱਤਰ, ਬਨਿਤਾ ਪਤਨੀ, ਕੋਈ ਨਾ ਕਿਸ ਕੀ ਧਰਿਆ। ਕੋਈ ਵੀ ਅਖੀਰ ਨੂੰ ਆਸਰਾ ਨਹੀਂ ਬਣਦਾ। ਮਨੁੱਖ ਕਾਹਦੇ ਵਾਸਤੇ ਸਾਰਾ ਕੁਝ ਕਰਦਾ ਹੈ? ਆਪਣੇ ਪਰਿਵਾਰ ਵਾਸਤੇ ਕਰਦਾ ਹੈ ਨਾ। ਪਰ ਸਤਿਗੁਰ ਕਹਿੰਦੇ ਤੂੰ ਕਹਿਣਾ ਕਿ ਮੈਂ ਜੇ ਨਾ ਇਹਨਾਂ ਨੂੰ ਕਮਾ ਕੇ ਦੇਵਾਂ, ਭੁੱਖੇ ਮਰ ਜਾਣਗੇ। ਪਰ ਸਤਿਗੁਰ ਕਹਿੰਦੇ ਅੰਤ ਨੂੰ ਕੋਈ ਵੀ ਜਿਹੜਾ ਹੈ ਤੇਰਾ ਆਸਰਾ ਨਹੀਂ ਬਣਨਾ। ਇੱਕ ਸਮਾਂ ਹੈ, ਹਾਂਜੀ ਹੈ, ਮੈਂ ਇੱਕ ਸਾਖੀ ਸੁਣਾਵਾਂ ਕਿ ਕਹਿੰਦੇ ਇੱਕ ਮਹਾਂਪੁਰਖ ਨਾਗਰ ਐਸੇ ਡਾਕੂ ਅੱਗੇ ਟੱਕਰ ਪਿਆ। ਡਾਕੂ ਕਹਿੰਦਾ ਜੀ ਮੈਂ ਤੁਹਾਨੂੰ ਲੁੱਟ ਲੈਣਾ। ਤੇ ਮਹਾਂਪੁਰਖਾਂ ਨੇ ਕਿਹਾ ਵੀ ਲੁੱਟ ਤੇ ਲੈ, ਪਰ ਇੱਕ ਗੱਲ ਯਾਦ ਰੱਖੀ ਵੀ ਇਹਦਾ ਪਾਪ ਬੜਾ ਵੱਡਾ ਹੁੰਦਾ ਏ। ਲੁੱਟ ਲਾ ਤੂੰ ਮੈਨੂੰ, ਮਾਰ, ਕਹਿੰਦਾ ਮੈਂ ਤੁਹਾਨੂੰ ਮਾਰ ਕੇ ਲੁੱਟਣਾ। ਕਹਿੰਦੇ ਮਾਰ ਦੇ, ਪਰ ਇਹਦਾ ਪਾਪ ਬੜਾ ਵੱਡਾ ਹੁੰਦਾ ਈ, ਇਹ ਗੱਲ ਯਾਦ ਰੱਖੀ। ਕਹਿੰਦਾ ਪਾਪ? ਤੇ ਕਹਿੰਦਾ ਹਾਂ ਪਾਪ ਬੜਾ ਵੱਡਾ ਹੁੰਦਾ। ਤੇ ਕਹਿੰਦਾ ਸਾਧੂ ਕਹਿੰਦੇ ਫਿਰ ਤੂੰ ਇਹ ਸਾਰਾ ਕੁਝ ਕਾਹਦੇ ਵਾਸਤੇ ਕਰਦਾ? ਕਹਿੰਦਾ ਆਪਣੇ ਪਰਿਵਾਰ ਪਾਲਣ ਵਾਸਤੇ। ਕਹਿੰਦੇ ਪਰ ਤੇਰੇ ਇਸ ਪਾਪ ਦੇ ਵਿੱਚ ਨਾ ਤੇਰੇ ਪਰਿਵਾਰ ਨੇ ਸ਼ਾਮਲ ਨਹੀਂ ਹੋਣਾ ਜਦੋਂ ਲੇਖਾ ਦੇਣਾ ਪੈਣਾ। ਕਹਿੰਦਾ ਨਹੀਂ ਨਹੀਂ, ਮੇਰੀ ਪਤਨੀ, ਮੇਰੇ ਪੁੱਤਰ, ਮੇਰੀ ਮਾਂ ਪਿਓ ਸਾਰੇ ਸਾਥ ਦੇਣਗੇ। ਤੇ ਸਾਧੂ ਕਹਿੰਦੇ ਤੂੰ ਇੰਝ ਕਰ, ਤੂੰ ਘਰੋਂ ਪੁੱਛ ਕੇ ਆ, ਮੈਨੂੰ ਇੱਥੇ ਬੰਨ ਜਾ ਰੁੱਖ ਦੇ ਨਾਲ, ਘਰੋਂ ਪੁੱਛ ਕੇ ਆ ਤੇਰਾ ਸਾਥ ਕੋਈ ਦੇਵੇਗਾ ਕਿ ਨਹੀਂ। ਚਲੇ ਗਿਆ ਘਰੇ, ਮਹਾਂਪੁਰਖਾਂ ਨੂੰ ਉੱਥੇ ਸਾਧੂ ਨੂੰ ਬੰਨ ਗਿਆ। ਜਦੋਂ ਗਿਆ ਘਰੇ ਤੇ ਜਾ ਕੇ ਪਹਿਲੋਂ ਪਤਨੀ ਨੂੰ ਪੁੱਛਦਾ। ਪਤਨੀ ਕਹਿੰਦੀ ਜੀ ਤੁਸੀਂ ਮੈਨੂੰ ਵਿਆਹ ਕੇ ਲਿਆਏ, ਤੁਹਾਡਾ ਫਰਜ਼ ਬਣਦਾ ਹੈ ਸਾਨੂੰ ਖਵਾਉਣਾ, ਭਾਵੇਂ ਡਾਕਾ ਮਾਰ ਕੇ ਖਵਾਓ ਤੇ ਭਾਵੇਂ ਕਿਰਤ ਕਰਕੇ ਖਵਾਓ, ਕੁਛ ਵੀ ਕਰਕੇ ਖਵਾਓ, ਤੁਹਾਡਾ ਫਰਜ਼ ਬਣਦਾ ਹੈ। ਬੱਚਿਆਂ ਨੂੰ ਪੁੱਛਿਆ, ਬੱਚੇ ਵੀ ਇਹੋ ਗੱਲ ਕਹਿਣ ਕਿ ਸਾਨੂੰ ਜੰਮਿਆ ਕਿਉਂ, ਤੁਹਾਡਾ ਫਰਜ਼ ਬਣਦਾ ਹੈ ਤੇ ਤੁਸੀਂ ਸਾਨੂੰ ਪਾਲਣਾ ਹੈ।
ਤੇ ਮਾਂ ਪਿਓ ਨੂੰ ਪੁੱਛਿਆ, ਮਾਂ ਪਿਓ ਕਹਿੰਦੇ ਅਸੀਂ ਤੈਨੂੰ ਪਾਲਿਆ ਸੀ ਤੇ ਤੂੰ ਸਾਨੂੰ ਪਾਲਣਾ, ਇਹ ਤੇਰਾ ਫਰਜ਼ ਹੈ, ਨਿਭਾਉਣਾ ਹੈ ਤੂੰ, ਭਾਵੇਂ ਤੂੰ ਡਾਕਾ ਮਾਰ ਤੇ ਭਾਵੇਂ ਜੋ ਮਰਜ਼ੀ ਕਰ, ਪਰ ਅੰਤਲੇ ਸਮੇਂ ਅਸੀਂ ਤੇਰਾ ਸਾਥ ਨਹੀਂ ਦੇਵਾਂਗੇ। ਉਹ ਫਿਰ ਭੱਜਾ ਆਇਆ ਉਸ ਸਾਧੂ ਕੋਲ, ਕਹਿੰਦਾ ਜੀ ਸਹੀ ਗੱਲ ਹੈ, ਅੰਤ ਨੂੰ ਇਹ ਜਿਹੜੀਆਂ ਠੱਗੀਆਂ ਠੋਰੀਆਂ, ਇਹ ਜਿਹੜੇ ਕਤਲ ਕਰਨੇ ਆ, ਅੰਤ ਨੂੰ ਲੇਖਾ ਆਪ ਨੂੰ ਹੀ ਦੇਣਾ ਪੈਂਦਾ ਹੈ, ਕਿਸੇ ਹੋਰ ਨੂੰ ਨਹੀਂ ਦੇਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਆ, ਜਨਨ ਪਿਤਾ ਲੋਕ ਸੁਦਵੰਤਾ, ਜਿਨ੍ਹਾਂ ਦੇ ਵਾਸਤੇ ਤੂੰ ਇਹ ਕਾਰਜ ਕਰਦਾ ਪਿਆ ਹੈ, ਵਿਕਾਰਾਂ ਦੇ ਵਿੱਚ ਲੱਗਾ ਪਿਆ ਹੈ, ਤੇ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਇਹ ਮਨਾ ਤੂੰ ਕਿਉਂ ਡਰਦਾ ਹੈ, ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜਕ ਅਪਣਾਉਂਦਾ ਹੈ। ਕਿਉਂ ਤੂੰ ਡਰਦਾ ਹੈ ਰਿਜਕ ਦੀ ਗੱਲ? ਤੇ ਸੇ ਰਿਜਕ ਸੰਵਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਕਿਉਂ ਆਪਣੇ ਮਨ ਦੇ ਵਿੱਚ ਭਉ ਲੈ ਕੇ ਆਉਣਾ, ਕਿਉਂ ਡਰ ਕਰਦਾ ਹੈ? ਉਹ ਸਿਰ ਸਿਰ ਰਿਜਕ ਸੰਵਾਹੇ ਠਾਕੁਰ, ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ ਪ੍ਰਮਾਤਮਾ ਬੈਠਾ ਹੈ, ਉਹ ਤੈਨੂੰ ਭੁੱਖਾ ਨਹੀਂ ਮਰਨ ਦੇਵੇਗਾ। ਇਸ ਕਰਕੇ ਸਤ ਸੰਗਤ ਕਰਿਆ ਕਰ, ਸਤ ਸੰਗਤ ਤੋਂ ਵਾਂਝਾ ਨਾ ਹੋ ਜੀ। ਇਹ ਗੱਲ ਯਾਦ ਰੱਖੀ ਕਿ ਸਤ ਸੰਗਤ ਜ਼ਰੂਰ ਕਰਿਆ ਕਰ। ਅੱਗੇ ਆ ਜਾਓ। ਹਾਂਜੀ, ਊਡੇ ਊਡੇ ਊਡ ਆਵੈ ਸਹਿ ਕੋਸਾ। ਇੱਥੇ ਊਡੇ ਊਡ ਆਵੈ ਸਹਿ ਕੋਸਾ, ਇੱਥੇ ਬਿੰਦੀ ਵੀ ਲਾ ਸਕਦੇ ਆ। ਹੁਣ ਇੱਕ ਕੂੰਜ ਹੁੰਦੀ ਹੈ, ਉਹਦੀ ਸਤਿਗੁਰੂ ਉਦਾਹਰਨ ਇੱਥੇ ਦਿੰਦੇ ਆ, ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਉਹ ਨਾ ਜਿਹੜੇ ਪੰਛੀ ਕਰਦੇ ਆ ਨਾ ਪ੍ਰਵਾਸ, ਉਹਨਾਂ ਦੀ ਗੱਲ ਸਤਿਗੁਰਾਂ ਨੇ ਕੀਤੀ ਕਿ ਕੂੰਜ ਜਿਹੜੀ ਹੁੰਦੀ ਆ, ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਤੇ ਉੱਡ ਕੇ ਆ ਜਾਂਦੀ ਹੈ, ਸੈਂਕੜੇ ਹਜ਼ਾਰਾਂ ਕੋਹਾਂ ਦੂਰ ਉੱਡ ਉੱਡ ਕੇ ਸੈਂਕੜੇ ਕੋਹਾਂ ਆ ਜਾਂਦੀ ਹੈ, ਪਿੱਛੇ ਉਸਦੇ ਬੱਚੇ ਇਕੱਲੇ ਹੀ ਛੱਡੇ ਹੁੰਦੇ ਆ, ਤੇ ਪਰਮਾਤਮਾ ਉਹਨਾਂ ਨੂੰ ਵੀ ਪਾਲ ਦਿੰਦਾ। ਸਤਿਗੁਰੂ ਕਹਿੰਦੇ ਭਗਤ ਧੰਨਾ ਜੀ ਕਹਿੰਦੇ ਆ, ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ। ਤੇ ਜਿਹੜੀ ਕੁੰਮੀ ਹੁੰਦੀ ਆ, ਕਛੂ ਕੁੰਮੀ, ਉਹ ਬੱਚਿਆਂ ਨੂੰ ਰੇਤ ਵਿੱਚ ਆਂਡੇ ਦੇ ਕੇ ਆਪ ਜਲ ਚ ਪਾਣੀ ਚ ਚਲ ਜਾਂਦੀ ਆ, ਤੇ ਉਹਦੇ ਬੱਚੇ ਜਿਹੜੇ ਆ ਉਸ ਆਂਡਿਆਂ ਚੋਂ ਆਪੇ ਨਿਕਲ ਕੇ ਤੇ ਆਪੇ ਉਹ ਪਾਣੀ ਦੇ ਵਿੱਚ ਜਾਈ ਜਾਂਦੇ ਆ। ਇਸ ਕਰਕੇ ਤੂੰ ਕਿਉਂ ਇੱਥੇ ਕਹਿੰਦੇ ਵੀ ਜਿਹੜੀ ਕੂੰਜ ਆ ਉੱਡ ਕੇ ਤੇ ਉਹ ਕੋਹਾਂ ਦੂਰ ਆ ਜਾਂਦੀ ਹੈ, ਪਿੱਛੇ ਉਹਦੇ ਬੱਚੇ ਜਿਹੜੇ ਓਦਾਂ ਹੀ ਬੈਠੇ ਹੁੰਦੇ ਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹਨਾਂ ਨੂੰ ਕੌਣ ਖਿਲਾਉਣ ਵਾਲਾ ਹੈ? ਕੋਈ ਵੀ ਨਹੀਂ। ਕੌਣ ਚੁਗਾਵੇ ਉਹਨਾਂ ਨੂੰ? ਚੋਗਾ ਕੌਣ ਦੇਣ ਵਾਲਾ ਹੈ? ਮਨ ਮਹਿ ਸਿਮਰਨ ਕਰਿਆ। ਉਹ ਜਿਹੜੀ ਕੂੰਜ ਆ ਆਪਣੇ ਬੱਚਿਆਂ ਨੂੰ ਧਿਆਨ ਦੇ ਨਾਲ ਹੀ ਯਾਦ ਕਰਦੇ ਰਹਿੰਦੀ ਮਨ ਦੇ ਵਿੱਚ, ਤੇ ਜਿਹਦੇ ਨਾਲ ਉਹ ਪਲ ਜਾਂਦੇ ਆ। ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ 10 ਅਸ਼ਟ ਸਿਧਾਨ। ਸਾਰੇ ਖਜ਼ਾਨੇ 10, ਸਭ ਨਿਧਾਨ 10 ਅਸ਼ਟ, 10 ਅਸ਼ਟ 18 ਸਿਧਾਨ, ਭਾਵ ਰਿਧੀਆਂ ਤੇ ਸਿੱਧੀਆਂ, ਸਭ ਨਿਧਾਨ ਸਾਰੇ ਖਜ਼ਾਨੇ, 10 ਅਸ਼ਟ ਸਿਧਾਨ 18 ਸਿੱਧੀਆਂ, ਠਾਕੁਰ ਕਰ ਤਲ ਧਰਿਆ। ਉਸ ਅਕਾਲ ਪੁਰਖ ਨੇ, ਪ੍ਰਮਾਤਮਾ ਨੇ ਆਪਣੇ ਹੱਥ ਉੱਤੇ ਧਰੀਆਂ ਹਨ। ਉਸ ਪਾਲਣਹਾਰ, ਉਸ ਪ੍ਰਭੂ ਨੇ ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਕਿ ਇਹ ਪ੍ਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰਾ ਉਰਲਾ ਤੇ ਪਰਲਾ ਬੰਨਾ ਨਹੀਂ ਜਿਹੜਾ ਬਿਆਨ ਕੀਤਾ ਜਾ ਸਕਦਾ, ਤੇਰੇ ਤੋਂ ਬਲਹਾਰ ਨਹੀਂ ਜਾਇਆ ਜਾ ਸਕਦਾ। ਜਨ ਨਾਨਕ ਬਲ ਬਲ ਸਦਾ ਹੀ ਬਲ ਜਾਈਏ, ਤੇਰੇ ਤੋਂ ਸਦਾ ਹੀ ਬਲਹਾਰਨੇ ਜਾਈਏ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਤੂੰ ਕਿਵੇਂ ਜੀਵਾਂ ਨੂੰ ਪਾਲ ਰਿਹਾ ਹੈ ਤੇ ਕਿਵੇਂ ਜੀਵਾਂ ਦੀ ਪ੍ਰਤਪਾਲਨਾ ਕਰ ਰਿਹਾ। ਇੱਥੇ ਸਤਿਗੁਰਾਂ ਨੇ ਸ਼ਬਦ ਚ ਦੱਸਿਆ ਕਿ ਭਾਈ ਇਹ ਗੱਲ ਯਾਦ ਰੱਖ ਕਿ ਚਿੱਤ ਦੇ ਵਿੱਚ ਇਹ ਉਦਮ ਤੇ ਕਰਨਾ ਹੈ ਤੂੰ, ਪਰ ਚਿੱਤ ਚ ਇਹ ਨਾ ਹੋਵੇ ਕਿ ਸਿਰਫ ਆਪਣੇ ਪਰਿਵਾਰ ਵਾਸਤੇ ਧਨ ਪਦਾਰਥ ਇਕੱਠਾ ਕਰੀ ਜਾਵੇਂ, ਸਤ ਸੰਗਤ ਵੀ ਕਰ ਲਿਆ ਕਰ। ਇਹ ਸਤਿਗੁਰਾਂ ਨੇ ਅੱਜ ਦੇ ਸ਼ਬਦ, ਇਸ ਸ਼ਬਦ ਦੇ ਵਿੱਚ ਇੱਥੇ ਹੁਣ 5 ਸ਼ਬਦ ਜਿਹੜੇ ਸੰਪੂਰਨ ਹੋ ਗਏ, ਆਪ ਜੀ ਦੇਖ ਸਕਦੇ ਹੋ। 4 ਬੰਦ ਇਸ ਸ਼ਬਦ ਦੇ ਹਨ ਤੇ 5 ਸ਼ਬਦ ਇੱਥੇ ਸੰਪੂਰਨ ਹੋ ਗਏ ਆ ਸੋ ਦਰ ਵਾਲੇ। ਸੋ ਆਪਾਂ ਕੱਲ ਨੂੰ ਜਿਹੜਾ ਹੈ ਸੋ ਪੁਰਖ ਇੱਥੋਂ ਆਰੰਭ ਕਰਨੇ ਆ। ਸੋ ਸਤਿਗੁਰਾਂ ਨੇ ਇਸ ਸ਼ਬਦ ਤੇ ਦੱਸਿਆ ਕਿ ਡਰ ਨਾ, ਤੂੰ ਰਿਜਕ ਦੇ ਲਈ ਨਾ ਡਰ ਕਿ ਮੇਰਾ ਕੀ ਬਣੂਗਾ, ਮੇਰੇ ਪਰਿਵਾਰ ਦਾ ਕੀ ਬਣੂਗਾ। ਪਰ ਸਤਿਗੁਰੂ ਕਹਿੰਦੇ ਆ ਕਿ ਉਹ ਦਾਤਾ ਜਿਹੜਾ ਹੈ ਨਾ, ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ। ਇਸ ਕਰਕੇ ਤੂੰ ਜਿਹੜੀ ਹੈ ਨਾ ਸਤ ਸੰਗਤ ਭਾਈ ਕਰਿਆ ਕਰ, ਜੋ ਰਹਾਉ ਦਾ ਬੰਦ ਹੈ ਕਿ ਭਾਈ ਤੂੰ ਮੇਰੇ ਮਾਧੋ ਜੀ ਸਤ ਸੰਗਤ ਮਿਲਿਆ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਢਰਿਆ। ਤੂੰ ਸਤ ਸੰਗਤ ਜਾਇਆ ਕਰ, ਸਤ ਸੰਗਤ ਦੇ ਵਿੱਚੋਂ
ਜਿਹੜੇ ਸੁੱਕੇ ਉਹ ਵੀ ਹਰੇ ਹੋ ਜਾਂਦੇ ਆ। ਸਤ ਸੰਗਤ ਕਰਿਆ ਕਰ। ਤੋ ਇਸ ਸ਼ਬਦ ਦੇ ਤੱਕ ਜਿਹੜੇ ਆ ਸੋ ਦਰ ਦੇ 5 ਸ਼ਬਦ ਸਮਾਪਤ ਹੋ ਗਏ ਆ। ਕੱਲ ਨੂੰ ਆਪਾਂ ਸੋ ਪੁਰਖ ਦਾ ਸਿਰਲੇਖ ਜਿਹੜਾ ਹੈ ਉਹ ਸ਼ੁਰੂ ਕਰਨਾ ਹੈ। ਤੋ ਇੰਨੀਆਂ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ। ਤੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਆਪ ਜੀ ਦੱਸ ਦਿਓ। ਸਮਾਂ ਵਧੀਕ ਹੋ ਗਿਆ ਹੈ 5 ਮਿੰਟ। ਤੋ ਬੇਨਤੀ ਆਪ ਜੀ ਨੂੰ। ਵਾਹਿਗੁਰੂ ਵਾਹਿਗੁਰੂ। ਹਾਂਜੀ ਵਾਹਿਗੁਰੂ। ਕਿਸੇ ਦਾ ਕੋਈ ਸਵਾਲ ਹੋਵੇ ਤੇ ਠੀਕ ਹੈ ਜੀ। ਓਕੇ ਜੀ, ਆਪਾਂ ਹੁਣ ਸਮਾਪਤੀ ਕਰਦੇ ਹਾਂ। ਤੇ ਆਪ ਜੀ ਨੇ ਇਸੇ ਤਰ੍ਹਾਂ ਜੁੜਦੇ ਰਹਿਣਾ। ਇਸੇ ਤਰ੍ਹਾਂ ਹੀ ਸੰਥਿਆ ਦੀ ਕਲਾਸ ਇਸ ਵੇਲੇ ਪੱਕੀ ਚੱਲਿਆ ਕਰੇਗੀ। ਅੰਮ੍ਰਿਤ ਵੇਲੇ ਜਦੋਂ ਜਿਹੜੀ 11:30 ਵਾਲੀ ਕਲਾਸ ਹੈ, ਆਪਾਂ ਜਦੋਂ ਸਿੱਖ ਰਹਿਤ ਮਰਿਆਦਾ ਕੰਪਲੀਟ ਕਰ ਲਈ, ਫਿਰ ਆਪਾਂ ਇਤਿਹਾਸ ਜਿਹੜਾ ਉਹ ਆਰੰਭ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।